ਪੂਰਨ ਪੂਰ ਰਹੇ ਦਇਆਲ, ਪੂਰਨ ਪੂਰ ਰਹੇ ਸਭ ਥਾਈਂ ਵਿਆਪਕ ਹਨ। ਦਇਆਲ ਦਾ ਮਤਲਬ ਦਇਆ ਦਾ ਘਰ। ਦਇਆਲ ਸ਼ਬਦ ਬਣਿਆ ਹੈ ਦਇਆ ਆਲੇ ਤੋਂ। ਆਲੇ ਦਾ ਮਤਲਬ ਹੁੰਦਾ ਹੈ ਘਰ, ਦਇਆ ਦਾ ਮਤਲਬ ਦਇਆ। ਜੋ ਦਇਆ ਦਾ ਘਰ ਪ੍ਰਭੂ ਹੈ, ਉਹ ਸਭ ਥਾਵਾਂ ਤੇ ਪਰਿਪੂਰਨ ਹੈ, ਯਾਨੀ ਸਰਬ ਵਿਆਪਕ ਹੈ। ਤੇ ਉਹ ਸਰਬ ਵਿਆਪਕ ਹੈ ਕੀ ਹੈ? ਦਇਆ ਦਾ ਸਮੁੰਦਰ ਹੈ, ਦਇਆ ਦਾ ਸਾਗਰ ਹੈ। ਤਾਂ ਇਹਦਾ ਮਤਲਬ ਰੱਬ ਦੀ ਜੋ ਦਇਆ ਹੈ ਚਾਰ ਚੁਫੇਰੇ ਇਕਸਾਰ ਬਰਸ ਰਹੀ ਹੈ। ਹਰ ਇਨਸਾਨ ਦੇ ਉੱਤੇ ਦਇਆ ਹੋ ਰਹੀ ਹੈ, ਹਰ ਥਾਂ ਦੇ ਉੱਤੇ ਰੱਬ ਦੀ ਦਇਆ ਹੈ, ਕਿਉਂਕਿ ਸਰਬ ਵਿਆਪਕ ਹੈ ਨਾ। ਤਾਂ ਅਸੀਂ ਉਸ ਦਇਆ ਨੂੰ ਮੰਨਣਾ ਹੈ। ਦਇਆ ਤੇ ਹੋਈ ਹੈ, ਦਇਆ ਤੇ ਰੱਬ ਕਰ ਰਿਹਾ ਹੈ। ਅਸੀਂ ਉਸ ਦਇਆ ਨੂੰ ਮੰਨਣਾ ਹੈ, ਉਹਨੂੰ ਯੂਜ਼ ਕਰਨਾ ਹੈ। ਮਿਸਾਲ ਵਜੋਂ ਰੱਬ ਨੇ ਸਾਡੇ ਅੰਦਰ ਪ੍ਰੇਮ ਪਾਇਆ ਹੋਇਆ ਹੈ, ਪ੍ਰੇਮ ਦਾ ਗੁਣ ਸਾਡੇ ਅੰਦਰ ਰੱਖਿਆ ਹੈ, ਤੇ ਇਹ ਰੱਬ ਦੀ ਦਇਆ ਹੈ। ਦੇਖੋ ਪ੍ਰੇਮ ਕਿੰਨੀ ਵੱਡੀ ਸ਼ੈ ਹੈ ਇਨਸਾਨ ਦੀ ਜ਼ਿੰਦਗੀ ਵਿੱਚ। ਦਇਆ ਤੇ ਹੋਈ, ਰੱਬ ਨੇ ਸਾਡੇ ਅੰਦਰ ਪ੍ਰੇਮ ਦਾ ਗੁਣ ਪਾਇਆ ਹੋਇਆ। ਹੁਣ ਇਸ ਦਇਆ ਨੂੰ ਯੂਜ਼ ਕਰਨਾ ਹੈ, ਇਸ ਪ੍ਰੇਮ ਨੂੰ ਮੰਨਣਾ ਹੈ ਅਸਾਂ ਇੱਕ ਦੂਜੇ ਦੇ ਨਾਲ ਵਰਤ ਕੇ। ਰੱਬ ਨਿਰਵੈਰ ਹੈ ਨਾ, ਤੇ ਨਿਰਵੈਰ ਹਰ ਥਾਂ ਤੇ ਸਮਾਇਆ ਹੋਇਆ ਹੈ। ਨਿਰਵੈਰਤਾ ਦਾ ਗੁਣ ਹਰ ਥਾਂ ਤੇ ਮੌਜੂਦ ਹੈ, ਮੇਰੇ ਅੰਦਰ ਵੀ, ਤੁਹਾਡੇ ਅੰਦਰ ਵੀ। ਇਸ ਨਿਰਵੈਰਤਾ ਦੇ ਗੁਣ ਨੂੰ ਅਸੀਂ ਮੰਨਣਾ ਹੈ। ਦਇਆ ਤੇ ਹੋਈ ਹੈ, ਨਿਰਵੈਰਤਾ ਦਾ ਗੁਣ ਤਾਂ ਅੰਦਰ ਹੈ ਸਾਡੇ, ਨਿਰਭੈਤਾ ਦਾ ਗੁਣ ਹੈ, ਸੱਚਾਈ ਦਾ ਗੁਣ ਸਾਡੇ ਵਿੱਚ ਹੈ, ਦਇਆ ਤਾਂ ਹੋਈ ਹੈ। ਹੁਣ ਇਸ ਦਇਆ ਨੂੰ ਮੰਨਣਾ ਹੈ। ਪੂਰਨ ਪੂਰ ਰਹੇ ਦਇਆਲ, ਦਇਆ ਦਾ ਸਾਗਰ ਪ੍ਰਭੂ ਹਰ ਥਾਂ ਤੇ ਪਰਿਪੂਰਨ ਹੈ। ਸਭ ਉੱਪਰ ਹੋਵਤ ਕਿਰਪਾਲ, ਤੇ ਰੱਬ ਸਾਰਿਆਂ ਦੇ ਉੱਤੇ ਹੀ ਮਿਹਰਬਾਨ ਹੈ, ਸਾਰਿਆਂ ਦੇ ਉੱਤੇ ਹੀ ਮਿਹਰ ਕਰਦਾ ਹੈ। ਦੇਖੋ ਕਿੱਡੀ ਵੱਡੀ ਸਾਡੀ ਸਮੱਸਿਆ ਸੋਲਵ ਹੋ ਰਹੀ ਹੈ, ਕਿੱਡਾ ਵੱਡਾ ਸਾਡਾ ਸ਼ੰਕਾ ਦੂਰ ਹੋ ਰਿਹਾ ਹੈ। ਆਮ ਅਸੀਂ ਕਹਿੰਦੇ ਆ ਨਾ ਕਿ ਫਲਾਂ ਬੰਦੇ ਤੇ ਰੱਬ ਦੀ ਦਇਆ ਹੈ, ਸਾਡੇ ਤੇ ਰੱਬ ਦੀ ਦਇਆ ਨਹੀਂ। ਦੇਖੋ ਇਹ ਕਹਿਣਾ ਗਲਤ ਹੈ ਕਿ ਸਾਡੇ ਤੇ ਦਇਆ ਨਹੀਂ। ਜੇ ਅਸੀਂ ਗੁਰਬਾਣੀ ਦੇ ਵਿਸ਼ਵਾਸੀ ਆ ਨਾ, ਤਾਂ ਫਿਰ ਸਾਨੂੰ ਇਹ ਮੰਨਣਾ ਪਵੇਗਾ ਸਭ ਉੱਪਰ ਹੋਵਤ ਕਿਰਪਾਲ, ਸਾਰਿਆਂ ਦੇ ਉੱਤੇ ਉਹ ਦਇਆ ਕਰਦਾ ਹੈ। ਸਾਰਿਆਂ ਦਾ ਮਤਲਬ ਸਾਰਿਆਂ ਦਾ। ਉੱਥੇ ਕੋਈ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਪਾਰਸੀ, ਕਾਲਾ, ਗੋਰਾ, ਅਮੀਰ, ਗਰੀਬ, ਪੜ੍ਹਿਆ, ਅਨਪੜ੍ਹ, ਰਾਜਾ, ਪ੍ਰਜਾ, ਇਸਤਰੀ, ਪੁਰਸ਼, ਬੱਚੀ, ਬੱਚਾ, ਜਵਾਨ, ਬਜ਼ੁਰਗ, ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ, ਸਭ ਦੇ ਉੱਤੇ ਦਇਆ। ਹੁਣ ਡਿਪੈਂਡ ਇਸ ਚੀਜ਼ ਤੇ ਕਰੇਗਾ ਕਿ ਉਹਦੀ ਦਇਆ ਨੂੰ ਯੂਜ਼ ਕੌਣ ਕਰੇਗਾ, ਉਹਦੀ ਦਇਆ ਨੂੰ ਮਾਨੇਗਾ ਕੌਣ। ਜਿਵੇਂ ਆਪਾਂ ਰੋਜ਼ ਮਿਸਾਲ ਦਿੰਦੇ ਆ ਨਾ, ਗੁਰਦੁਆਰਾ ਸਾਹਿਬ ਲੰਗਰ ਤਿਆਰ ਹੈ, ਤਾਂ ਅਨਾਉਂਸ ਕੀਤੀ ਜਾਂਦੀ ਹੈ ਪ੍ਰਬੰਧਕ ਸੱਜਣਾ ਵੱਲੋਂ ਕਿ ਸਾਧ ਸੰਗਤ ਗੁਰਦੁਆਰਾ ਸਾਹਿਬ ਗੁਰੂ ਕਾ ਲੰਗਰ ਤਿਆਰ ਹੈ, ਲੰਗਰ ਛਕ ਕੇ ਜਾਣਾ। ਲੰਗਰ ਵੀ ਤਿਆਰ ਹੈ, ਅਨਾਉਂਸ ਵੀ ਕੀਤੀ ਜਾ ਰਹੀ ਹੈ। ਲੰਗਰ ਹਾਲ ਵਿੱਚ ਸੇਵਾਦਾਰ ਵੀ ਵਰਤਾਨ ਲਈ ਮੌਜੂਦ ਨੇ, ਸਭ ਕੁਝ ਤਿਆਰ ਹੈ। ਦਇਆ ਤੇ ਹੋਈ ਹੈ। ਪਰ ਜੇ ਹੁਣ ਕੋਈ ਕਹੇ ਕਿ ਮੈਂ ਲੰਗਰ ਛਕਣਾ ਹੀ ਨਹੀਂ, ਫਿਰ ਤਾਂ ਪ੍ਰੋਬਲਮ ਉਹਦੀ ਹੈ ਨਾ ਜਿਹੜਾ ਨਹੀਂ ਛਕ ਰਿਹਾ। ਤਾਂ ਰੱਬ ਦੀ ਦਇਆ ਸਾਡੇ ਸਾਰਿਆਂ ਤੇ ਹੈ। ਹੁਣ ਅਸੀਂ ਉਹਨੂੰ ਯੂਜ਼ ਕਰਦੇ ਆ ਜਾਂ ਨਹੀਂ, ਉਹਨੂੰ ਮਾਣਦੇ ਆ ਕਿ ਨਹੀਂ, ਇਹ ਸਾਡੇ ਤੇ ਡਿਪੈਂਡ ਕਰਦਾ ਹੈ। ਅਸੀਂ ਰੱਬ ਦੀ ਦਇਆ ਤੋਂ ਆਪ ਵਾਂਝੇ ਆ। ਤਾਂ ਰੱਬ ਦੀ ਜੋ ਦਇਆ ਹੋਈ ਹੈ ਕਿ ਸਾਨੂੰ ਉਹਨੇ ਇਨਸਾਨ ਬਣਾਇਆ ਹੈ, ਤਾਂ ਅਸੀਂ ਇਨਸਾਨੀਅਤ ਨੂੰ ਯੂਜ਼ ਕਰੀਏ। ਸਾਡੇ ਅੰਦਰ ਪਿਆਰ, ਮੁਹੱਬਤ, ਦਇਆ, ਇਹ ਸਾਰੇ ਗੁਣ ਨੇ, ਇਹਨਾਂ ਨੂੰ ਅਸੀਂ ਯੂਜ਼ ਕਰੀਏ। ਸਾਰਿਆਂ ਦੇ ਉੱਤੇ ਰੱਬ ਦੀ ਦਇਆ ਹੈ। ਆਪਣੇ ਕਰਤੱਵ ਜਾਣੈ ਆਪ, ਕਰਤੱਵ ਦਾ ਮਤਲਬ ਖੇਲ, ਚੋਜ, ਤਮਾਸ਼ੇ, ਆਪਣੇ ਕੰਮ। ਰੱਬ ਆਪਣੇ ਚੋਜ ਤਮਾਸ਼ਿਆਂ ਨੂੰ, ਆਪਣੇ ਕੰਮਾਂ ਨੂੰ ਆਪ ਜਾਣਦਾ ਹੈ। ਯਾਨੀ ਕੋਈ ਵੀ ਰੱਬ ਤੋਂ ਛਿਪ ਕੇ ਕੰਮ ਨਹੀਂ ਅਸੀਂ ਕਰ ਸਕਦੇ। ਕੋਈ ਵੀ ਉਹ ਆਪਣੇ ਕੰਮਾਂ ਨੂੰ ਜਾਣ ਰਿਹਾ ਹੈ। 2 ਮਿੰਟ ਵਾਸਤੇ ਜੋ ਵੀ ਅਸੀਂ ਭਲਾ ਬੁਰਾ ਕਰਦੇ ਆ, ਸਾਨੂੰ ਆਪਣੇ ਬਾਰੇ ਤਾਂ ਪਤਾ ਹੁੰਦਾ ਨਾ ਕਿ ਝੂਠ ਬੋਲਦੇ ਆ, ਸੱਚ ਬੋਲਦੇ ਆ, ਆਪਣੇ ਆਪ ਤੋਂ ਤੁਸੀਂ ਛੁਪਾ ਹੀ ਨਹੀਂ ਸਕਦੇ, ਪਹਿਲੀ ਗੱਲ। ਦੂਜੀ ਗੱਲ ਹੈ ਕਿ ਸਿਸਟਮ, ਅਸੀਂ ਇਸ ਸਿਸਟਮ ਦੇ ਅੰਦਰ ਜਿਹੜਾ ਵੀ ਕੰਮ ਕਰਾਂਗੇ ਉਹਦਾ ਫਲ ਸਾਨੂੰ ਮਿਲਣਾ ਹੈ। ਸਿਸਟਮ ਨੂੰ ਤੇ ਪਤਾ ਹੈ ਨਾ ਇਹਨੇ ਕੀ ਕੀਤਾ ਹੈ, ਸਿਸਟਮ ਨੂੰ ਤੇ ਪਤਾ ਹੈ। ਸਿਸਟਮ ਦੇ ਵਿੱਚ ਜੋ ਕੁਝ ਹੋ ਰਿਹਾ ਉਹਦਾ ਫਲ ਸਾਨੂੰ ਮਿਲਣਾ ਹੈ, ਉਹਦੇ ਤੋਂ ਅਸੀਂ ਉਲਟਾ ਕੁਝ ਕਰ ਨਹੀਂ ਸਕਦੇ। ਤਾਂ ਉਹ ਪ੍ਰਭੂ ਆਪਣੇ ਕਰਤੱਵਾਂ ਨੂੰ, ਚੋਜਾਂ ਨੂੰ ਆਪ ਜਾਣਦਾ ਹੈ। ਉਹਦਾ ਅੰਤ ਜਿਹੜਾ ਹੈ ਉਹ ਨਹੀਂ ਪਾਇਆ ਜਾ ਸਕਦਾ।
ਅੰਤਰਜਾਮੀ ਰਹਿਓ ਵਿਆਪ। ਅੰਤਰਜਾਮੀ ਦਾ ਮਤਲਬ ਸਭ ਦੇ ਦਿਲ ਦੀ ਜਾਣਨ ਵਾਲਾ। ਰਹਿਓ ਵਿਆਪ ਦਾ ਮਤਲਬ ਸਭ ਥਾਈਂ ਮੌਜੂਦ ਹੈ। ਦੁਨੀਆ ਦੇ ਜ਼ਰਰੇ ਜ਼ਰਰੇ ਦੇ ਅੰਦਰ ਰੱਬ ਮੌਜੂਦ ਹੈ। ਔਰ ਇਹ ਗੱਲ ਸਮਝਣ ਵਾਲੀ ਹੈ ਕਿ ਉਹ ਅੰਤਰਜਾਮੀ ਹੈ। ਦੇਖੋ, ਮੈਂ ਤੁਹਾਡੇ ਦਿਲ ਦੀ ਨਹੀਂ ਜਾਣਦਾ ਕਿਉਂਕਿ ਮੈਂ ਅੰਤਰਜਾਮੀ ਨਹੀਂ ਹਾਂ। ਤੁਸੀਂ ਮੇਰੇ ਦਿਲ ਦੀ ਨਹੀਂ ਜਾਣਦੇ ਕਿਉਂਕਿ ਤੁਸੀਂ ਅੰਤਰਜਾਮੀ ਨਹੀਂ। ਅਸੀਂ ਥੋੜਾ ਬਹੁਤਾ ਅੰਦਾਜ਼ਾ ਲਗਾ ਸਕਦੇ ਹਾਂ ਇੱਕ ਦੂਜੇ ਦੀਆਂ ਭਾਵਨਾਵਾਂ ਦਾ, ਲੇਕਿਨ ਪੂਰਨ ਤੌਰ ਤੇ ਨਹੀਂ। ਅਸੀਂ ਇੱਕ ਦੂਜੇ ਨੂੰ ਇਮੋਸ਼ਨਲ ਬਲੈਕਮੇਲ ਕਰ ਸਕਦੇ ਹਾਂ, ਅਸੀਂ ਇੱਕ ਦੂਜੇ ਨੂੰ ਧੋਖਾ ਦੇ ਸਕਦੇ ਹਾਂ ਕਿਉਂਕਿ ਸੰਭਾਵਨਾ ਹੈ, ਪੋਸੀਬਿਲਿਟੀ ਹੈ, ਕਿਉਂਕਿ ਅਸੀਂ ਅੰਤਰਜਾਮੀ ਨਹੀਂ ਹਨ। ਲੇਕਿਨ ਗੁਰੂ ਜੀ ਕਹਿੰਦੇ ਨੇ ਰੱਬ ਅੰਤਰਜਾਮੀ ਹੈ, ਉਹਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਰੱਬ ਨੂੰ ਇਮੋਸ਼ਨਲ ਬਲੈਕਮੇਲ ਕਿਵੇਂ ਕਰ ਲੋਗੇ? ਕਿਕਰਾਂ ਦੇ ਬੀਜ ਬੀਜ ਕੇ ਤੇ ਆਪਣੀ ਜ਼ਮੀਨ ਨੂੰ ਆਖੋ ਕਿ ਮੈਂ ਤੇਰੇ ਵਿੱਚ ਅੰਗੂਰ ਪੈਦਾ ਕੀਤੇ ਨੇ, ਅੰਗੂਰ ਦੀਆਂ ਮੈਂ ਕਲਮਾਂ ਲਾਈਆਂ ਨੇ, ਤੂੰ ਅੰਗੂਰ ਪੈਦਾ ਕਰੀ। ਬੇਸ਼ੱਕ ਸਾਰਾ ਪਿੰਡ ਲੈ ਕੇ ਜ਼ਮੀਨ ਨੂੰ ਕਹੀ ਜਾਓ ਕਿ ਅੰਗੂਰ ਬੀਜੇ ਨੇ, ਉਹਨੂੰ ਇਮੋਸ਼ਨਲ ਬਲੈਕਮੇਲ ਕਿਵੇਂ? ਉਹ ਤੇ ਕਿੱਕਰ ਹੀ ਉਗਾਏਗੀ ਨਾ। ਸਿਸਟਮ ਨੂੰ ਕਿਵੇਂ ਧੋਖਾ ਦੇ ਲੋਗੇ? ਸਿਸਟਮ ਨੂੰ ਮੈਂ ਧੋਖਾ ਕਿਵੇਂ ਦੇ ਲਵਾਂਗਾ? ਤੁਹਾਡੇ ਨਾਲ ਈਰਖਾ ਕਰਕੇ ਤੇ ਮੈਂ ਆਪਣੇ ਅੰਦਰ ਖੁਸ਼ੀ ਕਿਵੇਂ ਮਾਣ ਲਵਾਂਗਾ ਕਿਉਂਕਿ ਸਿਸਟਮ ਵਿੱਚ ਹੈ ਹੀ ਨਹੀਂ। ਜਦੋਂ ਮੇਰੇ ਅੰਦਰ ਜੈਲਸੀ ਹੋਏਗੀ ਤਾਂ ਮੇਰੇ ਅੰਦਰ ਖੁਸ਼ੀ ਆ ਹੀ ਨਹੀਂ ਨਾ ਸਕਦੀ। ਬਾਹਰੀ ਤੌਰ ਤੇ ਮੈਂ ਤੁਹਾਨੂੰ ਹੱਸ ਕੇ ਵਿਖਾ ਦਿਆਂਗਾ, ਪਰ ਮੈਂ ਆਪਣੇ ਆਪ ਨੂੰ ਧੋਖਾ ਨਹੀਂ ਨਾ ਦੇ ਸਕਦਾ। ਤਾਂ ਰੱਬ ਅੰਤਰਜਾਮੀ ਹੈ, ਮੀਨਸ ਕਿ ਰੱਬ ਦੀ ਕਿਰਪਾ ਪਾ ਸਕਦੇ ਹਾਂ ਅਸੀਂ ਜੇ ਅਸੀਂ ਅੰਦਰੋਂ ਬਾਹਰੋਂ ਇੱਕ ਹੋਈਏ। ਪਹਿਲੀ ਗੱਲ, ਅਸੀਂ ਅੰਦਰੋਂ ਬਾਹਰੋਂ ਇੱਕ ਹੋਣਾ ਹੈ। ਦੂਜੀ ਗੱਲ ਇਹ ਹੈ ਕਿ ਜੋ ਇਸ ਅੰਤਰਜਾਮਤਾ ਦੇ ਗੁਣ ਨੂੰ ਸਮਝੇਗਾ, ਫਿਰ ਉਹ ਦੂਜਿਆਂ ਦੇ ਦਿਲਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਟਰਾਈ ਕਰੇਗਾ। ਫਿਰ ਉਹਨੂੰ ਇਹ ਸਮਝ ਆ ਜਾਏਗੀ ਕਿ ਜੇ ਮੈਂ ਸੁੱਖ ਚਾਹਨਾ, ਮੈਂ ਪਿਆਰ ਚਾਹਨਾ, ਤਾਂ ਦੂਜੇ ਲੋਕ ਵੀ ਸੁੱਖ ਔਰ ਪਿਆਰ ਚਾਹੁੰਦੇ ਨੇ। ਉਹ ਦੂਜਿਆਂ ਦੇ ਨਾਲ ਵੀ ਵਰਤਾਵ ਉਹ ਜਿਹਾ ਕਰੇਗਾ ਜੋ ਰੱਬ ਦੇ ਅੰਤਰਯਾਮਤਾ ਦੇ ਗੁਣ ਨੂੰ ਵਰਤੋਂ ਵਿੱਚ ਲਿਆਏਗਾ। ਪ੍ਰਤਿਪਾਲੈ ਜੀਵਨ ਬਹੁ ਭਾਂਤ, ਇਹਨੂੰ ਪ੍ਰਤਿਪਾਲੈ ਨਹੀਂ ਪੜਨਾ, ਤੱਤੇ ਦੇ ਨਾਲ ਸਿਹਾਰੀ ਹੈ ਤੇ ਪ੍ਰਤੀ ਵੀ ਨਹੀਂ ਬੋਲਣਾ। ਕਈ ਵੀਰ ਭੈਣਾਂ ਬੋਲ ਜਾਂਦੇ ਨੇ ਪ੍ਰਤੀਪਾਲੈ, ਫਿਰ ਤੱਤੇ ਨਾਲ ਬਿਹਾਰੀ ਬੁੱਲ ਜਾਏਗੀ, ਤੇ ਜੇ ਪ੍ਰਤਿਪਾਲੇ ਬੋਲੋਗੇ ਤੇ ਸਿਹਾਰੀ ਛੁੱਟ ਜਾਏਗੀ। ਇਸ ਲਈ ਪੱਪੇ ਦੇ ਪੈਰ ਥੱਲੇ ਅੱਧਾ ਰਾਰਾ ਔਰ ਤੱਤੇ ਦੇ ਨਾਲ ਲੱਗੀ ਹੋਈ ਸਿਹਾਰੀ ਦੀ ਥੋੜੀ ਜੀ ਆਵਾਜ਼ ਦੇਣੀ ਹੈ। ਪ੍ਰਤਿਪਾਲੈ ਜੀਵਨ ਬਹੁ ਭਾਂਤ, ਜੀਵਾਂ ਨੂੰ ਕਈ ਤਰੀਕਿਆਂ ਦੇ ਨਾਲ ਉਹ ਪਾਲਦਾ ਹੈ। ਬਹੁ ਭਾਂਤ ਦਾ ਮਤਲਬ ਬਹੁਤ ਤਰੀਕਿਆਂ ਦੇ ਨਾਲ। ਹੁਣ ਦੇਖੋ, ਹਰ ਜੀਵ ਨੂੰ ਪਾਲਣ ਦਾ ਤਰੀਕਾ ਵੱਖਰਾ ਹੈ ਨਾ, ਕਿਉਂਕਿ ਹਰ ਜੀਵ ਦੇ ਜੀਵਨ ਦੀ ਜੁਗਤੀ ਵੱਖਰੀ ਹੈ, ਜੀਵਨ ਦਾ ਢੰਗ ਵੱਖਰਾ ਹੈ। ਇਸ ਲਈ ਉਸ ਦੇ ਪਾਲਣ ਦਾ ਢੰਗ ਵੀ ਵੱਖਰਾ ਹੈ, ਜਿਨ੍ਹਾਂ ਨੂੰ ਅਨੇਕਾਂ ਤਰੀਕਿਆਂ ਦੇ ਨਾਲ ਪਾਲਦਾ ਹੈ। ਫਾਰ ਐਗਜ਼ਾਮਪਲ, ਜਿਵੇਂ ਹੁਣ ਪਾਣੀ ਦੇ ਜੀਵ ਜੰਤ ਨੇ, ਤਾਂ ਪਾਣੀ ਦੇ ਜਿਹੜੇ ਜੀਵ ਜੰਤ ਨੇ ਉਹਨਾਂ ਦੇ ਜੀਵਨ ਦਾ ਢੰਗ ਵੱਖਰਾ ਹੈ, ਉਹ ਵੱਖਰੇ ਢੰਗ ਦੇ ਨਾਲ ਪਲ ਰਹੇ ਨੇ। ਜਿਹੜੇ ਅਸੀਂ ਮਨੁੱਖ ਮਾਤਰ ਹਾਂ, ਅਸੀਂ ਵੱਖਰੇ ਢੰਗ ਦੇ ਨਾਲ ਪਲ ਰਹੇ ਹਾਂ, ਤੇ ਜਿਹੜੇ ਪੰਛੀ ਆਦਿਕ ਨੇ ਉਹਨਾਂ ਦੇ ਪਲਣ ਦਾ ਜਿਹੜਾ ਢੰਗ ਹੈ ਉਹ ਬਿਲਕੁਲ ਵੱਖਰਾ ਹੈ। ਤਾਂ ਅਨੇਕਾਂ ਢੰਗ ਤਰੀਕਿਆਂ ਦੇ ਨਾਲ ਜੀਵਾਂ ਦੀ ਪ੍ਰਤਿਪਾਲਨਾ ਰੱਬ ਕਰਦਾ ਹੈ ਜਾਂ ਹੋ ਰਹੀ ਹੈ। ਜੋ ਜੋ ਰਚਿਓ ਸੋ ਤਿਸਹਿ ਧਿਆਤ। ਰਚਿਓ ਦਾ ਮਤਲਬ ਜੋ ਯਾਦ ਰਚਿਆ ਹੈ, ਪੈਦਾ ਕੀਤਾ ਹੈ। ਜੋ ਜੋ ਵੀ ਰੱਬ ਨੇ ਪੈਦਾ ਕੀਤਾ ਨਾ, ਜਿਸ ਜਿਸ ਜੀਵ ਨੂੰ ਵੀ ਪੈਦਾ ਕੀਤਾ ਹੈ, ਉਹ ਸਾਰਾ ਉਹਨੂੰ ਹੀ ਯਾਦ ਕਰਦਾ ਹੈ, ਉਹਦੇ ਧਿਆਨ ਦੇ ਵਿੱਚ ਹੈ। ਮਿਲਾਏ ਜਿਸ ਭਾਵੇ, ਜਿਹਨੂੰ ਪਾਉਂਦਾ ਹੈ, ਜਿਹਨੂੰ ਪਾਉਂਦਾ ਹੈ, ਜਿਹਨੂੰ ਰੱਬ ਪਿਆਰਾ ਲੱਗਦਾ ਹੈ, ਇਸ ਲੈ ਮਿਲਾਏ, ਉਸਨੂੰ ਰੱਬ ਆਪਣੇ ਨਾਲ ਮਿਲਾ ਲੈਂਦਾ ਹੈ। ਹੁਣ ਇਹ ਚੀਜ਼ ਨਾ ਸਮਝਣ ਵਾਲੀ ਹੈ। ਜਿਹਨੂੰ ਰੱਬ ਚੰਗਾ ਲੱਗਦਾ ਹੈ ਉਹਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਹੁਣ ਮਿਲਾਏਗਾ ਤੇ ਉਹਨੂੰ ਜਿਹਨੂੰ ਚੰਗਾ ਲੱਗੇਗਾ, ਜਿਹਨੂੰ ਸੱਚ ਦੇ ਵਿੱਚ ਮਿਲਣਾ ਚੰਗਾ ਲੱਗਦਾ ਹੈ, ਸੱਚ ਉਹਨੂੰ ਆਪਣੇ ਨਾਲ ਮਿਲਾ ਲਵੇਗਾ। ਤੁਸੀਂ ਸੱਚ ਬੋਲਣਾ ਸ਼ੁਰੂ ਕਰੋ ਤੇ ਸੱਚ ਨੇ ਇਹ ਥੋੜੀ ਕਹਿਣਾ ਕਿ ਨਾ ਤੂੰ ਨਹੀਂ ਬੋਲ ਸਕਦਾ ਸੱਚ, ਬਈ ਬਾਕੀ ਬੋਲ ਸਕਦੇ ਨੇ। ਜੇ ਅਸੀਂ ਪ੍ਰੇਮ ਨਾਲ ਰਹੀਏ, ਮੈਂ ਤੁਹਾਡੇ ਨਾਲ ਪਿਆਰ ਨਾਲ ਵਰਤਣਾ ਚਾਹਾਂ, ਤਾਂ ਪ੍ਰੇਮ ਮੈਨੂੰ ਇਹ ਥੋੜਾ ਕਹੇਗਾ ਕਿ ਨਾ ਤੂੰ ਨਹੀਂ ਪ੍ਰੇਮ ਦਾ ਪ੍ਰਯੋਗ ਕਰ ਸਕਦਾ, ਵਰਤੋਂ ਵਿੱਚ ਲਿਆ ਸਕਦਾ। ਪ੍ਰੇਮ ਤੇ ਤਾਂ ਹੀ ਹੈ ਨਾ ਜੇ ਮੈਨੂੰ ਪ੍ਰੇਮ ਕਰਨਾ ਚੰਗਾ ਲੱਗੇਗਾ, ਜੇ ਮੈਨੂੰ ਸੱਚ ਬੋਲਣਾ ਚੰਗਾ ਲੱਗੇਗਾ, ਦਇਆ ਕਰਨੀ ਚੰਗੀ ਲੱਗੇਗੀ,
ਜੇ ਮੈਨੂੰ ਰੱਬ ਦੇ ਗੁਣ ਚੰਗੇ ਲੱਗਣਗੇ, ਰੱਬ ਦੇ ਵਿੱਚ ਮੈਂ ਮਿਲਣਾ ਚਾਹਾਂਗਾ ਤਾਂ ਮੈਨੂੰ ਆਪਣੇ ਨਾਲ ਮਿਲਾ ਲਵੇਗਾ। ਤੇ ਜੇ ਮੈਂ ਸੱਚ ਬੋਲਣਾ ਚਾਹਾਂ ਹੀ ਨਾ, ਫਿਰ ਸੱਚ ਦਾ ਦੋਸ਼ ਤੇ ਨਹੀਂ ਹੈ ਨਾ। ਜਿਸ ਭਾਵੈ ਤਿਸ ਲੈ ਮਿਲਾਏ, ਜਿਸ ਨੂੰ ਰੱਬ ਭਾਉਂਦਾ ਹੈ, ਚੰਗਾ ਲੱਗਦਾ ਹੈ, ਉਹਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਯਾਨੀ ਜੋ ਰੱਬ ਦੇ ਭਾਣੇ ਵਿੱਚ ਤੁਰਦਾ, ਰੱਬ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਆਪਣਾ ਰੂਪ ਕਰ ਲੈਂਦਾ, ਉਹ ਰੱਬ ਦਾ ਰੂਪ ਹੋ ਜਾਂਦਾ ਹੈ। ਭਗਤ ਕਰੇ ਹਰ ਕੇ ਗੁਣ ਗਾਏ, ਤੇ ਉਹ ਫਿਰ ਕੀ ਕਰਦੇ ਨੇ? ਭਗਤੀ ਕਰਦੇ ਨੇ, ਰੱਬ ਦੇ ਗੁਣ ਗਾਉਂਦੇ ਨੇ। ਜਿਨ੍ਹਾਂ ਨੂੰ ਰੱਬ ਚੰਗਾ ਲੱਗਦਾ ਹੈ, ਜਿਨ੍ਹਾਂ ਨੂੰ ਰੱਬ ਆਪਣੇ ਨਾਲ ਮਿਲਾ ਲੈਂਦਾ ਹੈ, ਉਹਨਾਂ ਦੀ ਨਿਸ਼ਾਨੀ ਕੀ ਹੈ? ਭਗਤ ਕਰੇ, ਉਹ ਰੱਬ ਦੀ ਭਗਤੀ ਕਰਦੇ ਨੇ। ਤੇ ਭਗਤੀ ਕਰਦੇ ਕਿਵੇਂ ਨੇ? ਹਰ ਕੇ ਗੁਣ ਗਾਏ, ਉਹ ਹਰੀ ਦੇ ਗੁਣ ਗਾਉਂਦੇ ਨੇ, ਯਾਨੀ ਹਰੀ ਦੇ ਗੁਣ ਗਾਉਣਾ ਹੀ ਰੱਬ ਦੀ ਭਗਤੀ ਹੈ। ਦੇਖੋ ਇੱਕੋ ਲਾਈਨ ਦੇ ਅੰਦਰ ਸਾਡੀ ਕਿੱਡੀ ਵੱਡੀ ਸਾਨੂੰ ਇੱਕ ਦਾਤ ਕਿ ਭਗਤੀ ਕੀ ਹੈ? ਰੱਬ ਦੇ ਗੁਣ ਗਾਉਣਾ। ਭਗਤ ਕਰੇ, ਉਹ ਰੱਬ ਦੀ ਭਗਤੀ ਕਰਦੇ ਨੇ। ਤੇ ਰੱਬ ਦੀ ਭਗਤੀ ਕੀ ਹੈ? ਜੇ ਇਹ ਸਵਾਲ ਕਰੀਏ ਤਾਂ ਹਰ ਕੇ ਗੁਣ ਗਾਏ, ਉਹ ਰੱਬ ਦੇ ਗੁਣ ਗਾਉਂਦੇ ਨੇ। ਗੁਣ ਗਾਉਣ ਦਾ ਮਤਲਬ ਗੁਣਾਂ ਦੇ ਧਾਰਨੀ ਹੁੰਦੇ ਨੇ, ਤੇ ਗੁਣਾਂ ਦੇ ਧਾਰਨੀ ਹੋਣਾ ਹੀ ਰੱਬ ਦੀ ਭਗਤੀ ਹੈ। ਅਸੀਂ ਜਪਜੀ ਸਾਹਿਬ ਵਿੱਚ ਇਹ ਚੀਜ਼ਾਂ ਵਿਚਾਰ ਰਹੇ ਹਾਂ। ਵਿਣ ਗੁਣ ਕੀਤੇ ਭਗਤ ਨਾ ਹੋਏ, ਤਾਂ ਉਹ ਰੱਬ ਦੀ ਭਗਤੀ ਕਰਦੇ ਨੇ, ਰੱਬ ਨਾਲ ਪਿਆਰ ਕਰਦੇ ਨੇ, ਰੱਬੀ ਗੁਣਾਂ ਦੇ ਉਹ ਧਾਰਨੀ ਹੁੰਦੇ ਨੇ। ਮਨ ਅੰਤਰ ਵਿਸ਼ਵਾਸ ਕਰ ਮੰਨਿਆ, ਜਿਨ੍ਹਾਂ ਨੇ ਆਪਣੇ ਮਨ ਦੇ ਅੰਦਰ ਵਿਸ਼ਵਾਸ ਕਰਕੇ ਮੰਨ ਲਿਆ ਰੱਬ ਦੇ ਹੁਕਮ ਨੂੰ, ਰੱਬ ਦੀ ਹੋਂਦ ਨੂੰ, ਰੱਬ ਦੇ ਗੁਣਾਂ ਨੂੰ, ਜਿਨੇ ਆਪਣੇ ਮਨ ਦੇ ਅੰਦਰ ਵਿਸ਼ਵਾਸ ਕਰਕੇ ਮੰਨ ਲਿਆ। ਤੁਹਾਡਾ ਬਿਲੀਵ ਸਿਸਟਮ ਕੀ ਹੈ ਕਿਸੇ ਵੀ ਚੀਜ਼ ਵਾਸਤੇ? ਸਾਡਾ ਬਿਲੀਵ ਕੀ ਹੈ? ਬਿਲੀਫ ਕੀ ਨੇ ਸਾਡੇ ਵਿਸ਼ਵਾਸ ਕੀ ਹੈ? ਤੇ ਜਿਨ੍ਹਾਂ ਨੇ ਵਿਸ਼ਵਾਸ ਕਰਕੇ ਮੰਨ ਲਿਆ ਰੱਬੀ ਗੁਣਾਂ ਨੂੰ ਕਿ ਮੈਨੂੰ ਰੱਬੀ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ, ਜਿਨ੍ਹਾਂ ਨੇ ਵਿਸ਼ਵਾਸ ਕਰਕੇ ਮੰਨ ਲਿਆ ਕਿ ਸਾਰਿਆਂ ਦੇ ਵਿੱਚ ਰੱਬ ਹੈ, ਸਾਰੇ ਰੱਬ ਦਾ ਰੂਪ ਨੇ, ਔਰ ਇਸ ਵਿਸ਼ਵਾਸ ਦੇ ਧਾਰਨੀ ਹੋ ਕੇ ਜਿਨ੍ਹਾਂ ਨੇ ਸਭ ਨਾਲ ਰੱਬ ਵਰਗਾ ਪਿਆਰ ਵਿਹਾਰ ਸ਼ੁਰੂ ਕੀਤਾ ਕਿ ਰੱਬ ਦੇ ਸਿਸਟਮ ਦੇ ਅੰਦਰ ਸਭ ਕੁਝ ਹੁੰਦਾ ਹੈ, ਜਿਨ੍ਹਾਂ ਨੇ ਇਸ ਵਿਸ਼ਵਾਸ ਨੂੰ ਮੰਨ ਕੇ ਰੱਬੀ ਹੁਕਮ ਦੇ ਅੰਦਰ ਜੀਣਾ ਸ਼ੁਰੂ ਕਰ ਦਿੱਤਾ। ਮੰਨਿਆ ਦਾ ਮਤਲਬ ਮੰਨ ਲਿਆ, ਅਪਣਾ ਲਿਆ। ਕਰਨਹਾਰ ਨਾਨਕ ਇੱਕ ਜਾਣਿਆ, ਉਹਨਾਂ ਨੇ ਇੱਕ ਕਰਤਾਰ ਨੂੰ ਪਛਾਣ ਲਿਆ, ਜਾਣ ਲਿਆ ਕਿ ਸਾਰੇ ਥਾਵਾਂ ਦੇ ਉੱਤੇ ਇੱਕੋ ਹੀ ਹੈ। ਉਹਨਾਂ ਨੂੰ ਇਹ ਸਮਝ ਹੋ ਪੈ ਗਈ ਕਿ ਇੱਕੋ ਹੀ ਚਾਰ ਚੁਫੇਰੇ ਪਸਰਿਆ ਹੋਇਆ ਹੈ। ਉਹਨਾਂ ਨੂੰ ਸਮਝ ਪੈ ਗਈ ਕਿ ਇੱਕ ਓੰਕਾਰ ਇੱਕ ਹੀ ਹੈ ਹਰ ਥਾਂ ਦੇ ਉੱਤੇ। ਉਹਨਾਂ ਨੂੰ ਸਮਝ ਪੈ ਗਈ ਕਿ ਇਹ ਸਾਰਾ ਇੱਕੋ ਹੀ ਸਿਸਟਮ ਅਨੁਸਾਰ ਸਾਰੀ ਦੁਨੀਆ ਚੱਲ ਰਹੀ ਹੈ, ਇੱਕ ਹੁਕਮ ਵਿੱਚ ਚੱਲ ਰਹੀ ਹੈ। ਉਹਨਾਂ ਨੇ ਇਸ ਚੀਜ਼ ਨੂੰ ਜਾਣ ਲਿਆ, ਉਹਨਾਂ ਨੂੰ ਇਸ ਚੀਜ਼ ਦੀ ਸਮਝ ਆ ਗਈ, ਉਹਨਾਂ ਨੂੰ ਇਸ ਚੀਜ਼ ਦਾ ਗਿਆਨ ਪ੍ਰਾਪਤ ਹੋ ਗਿਆ ਕਿ ਚਾਰ ਚੁਫੇਰੇ ਇੱਕ ਹੀ ਪਸਰਿਆ ਹੋਇਆ ਹੈ, ਉਹ ਇਸ ਕੁਦਰਤ ਤੋਂ ਵੱਖਰਾ ਨਹੀਂ ਹੈ। ਜਨ ਲਾਗਾ ਹਰ ਏਕੈ ਨਾਏ, ਨਾਏ ਦਾ ਮਤਲਬ ਨਾਮ ਵਿੱਚ, ਤੇ ਨਾਮ ਦਾ ਮਤਲਬ ਕੀ ਹੈ ਜੀ? ਹੁਕਮ। ਜਿਹੜਾ ਸੇਵਕ ਇੱਕ ਪ੍ਰਭੂ ਦੇ ਹੁਕਮ ਵਿੱਚ ਲੱਗ ਗਿਆ, ਟਿਕ ਗਿਆ, ਯਾਨੀ ਰੱਬੀ ਰਜ਼ਾ ਦੇ ਅੰਦਰ ਜਿਸ ਨੇ ਜੀਣਾ ਸਿੱਖ ਲਿਆ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਜਨ ਲਾਗਾ ਜਿਹੜਾ ਸੇਵਕ ਇੱਕ ਪ੍ਰਭੂ ਦੇ ਹੁਕਮ ਦੇ ਵਿੱਚ ਲੱਗ ਗਿਆ, ਹੁਕਮ ਅਨੁਸਾਰ ਜਿਸ ਨੇ ਜੀਣਾ ਸ਼ੁਰੂ ਕਰ ਦਿੱਤਾ, ਤਿਸ ਕੀ ਆਸ ਨਾ ਬਿਰਥੀ ਜਾਏ, ਉਹਦੀ ਆਸ ਕਦੇ ਖਾਲੀ ਨਹੀਂ ਜਾਂਦੀ, ਉਹ ਕਾਮਯਾਬ ਜ਼ਰੂਰ ਹੋਏਗਾ। ਕਿਉਂਕਿ ਜਿਹੜਾ ਹੁਕਮ ਨੂੰ ਸਮਝੇਗਾ, ਹੁਕਮ ਦੇ ਅਨੁਸਾਰ ਚੱਲੇਗਾ, ਉਹਦੀ ਕੋਈ ਆਸ ਖਾਲੀ ਨਹੀਂ ਜਾਏਗੀ, ਉਹ ਜ਼ਰੂਰ ਆਪਣੇ ਕੰਮ ਦੇ ਅੰਦਰ ਕਾਮਯਾਬ ਹੋਏਗਾ। ਕਿਉਂਕਿ ਸਿਸਟਮ ਵਿੱਚ ਚੱਲ ਰਿਹਾ ਨਾ। ਫਾਰ ਐਗਜ਼ਾਮਪਲ, ਜੇ ਤੁਸੀਂ ਹੁਣ ਕੋਈ ਬੱਚਾ ਹੈ, ਉਹ 10ਵੀਂ ਦੇ ਪੇਪਰ 10ਵੀਂ ਦੀ ਕਲਾਸ ਵਿੱਚ ਹੋਇਆ ਹੈ, 9ਵੀਂ ਚੋਂ 10ਵੀਂ ਵਿੱਚ ਗਿਆ ਹੈ, ਤੇ ਹੁਣ ਉਹ ਸਿਸਟਮ ਨੂੰ ਫੋਲੋ ਕਰ ਰਿਹਾ, ਡੇਲੀ ਸਕੂਲ ਜਾਂਦਾ ਹੈ, ਟੀਚਰ ਦੇ ਲੈਕਚਰ ਸੁਣਦਾ ਹੈ, ਹੋਮਵਰਕ ਕਰਦਾ ਹੈ, ਔਰ ਆਪਣਾ ਪੜ੍ਹਾਈ ਨੂੰ ਉਹ ਬਿਲਕੁਲ ਸਹੀ ਫੋਲੋ ਕਰ ਰਿਹਾ ਹੈ, ਸਿਸਟਮ ਦੇ ਵਿੱਚ ਪੂਰੇ ਸਿਸਟਮ ਨੂੰ ਫੋਲੋ ਕਰ ਰਿਹਾ, ਤਾਂ ਉਹ ਬੱਚਾ ਪਾਸ ਹੋਏਗਾ। ਕੋਈ ਦੁਨੀਆ ਦੀ ਤਾਕਤ ਉਹਨੂੰ ਰੋਕ ਨਹੀਂ ਸਕਦੀ, ਸਿਸਟਮ ਨੂੰ ਫੋਲੋ ਕਰੇਗਾ, ਕਿਉਂਕਿ ਰਿਕੁਆਇਰਮੈਂਟ ਪੂਰੀ ਕਰ ਰਿਹਾ ਨਾ ਉਹ। ਤੇ ਜਿਹੜਾ ਰਿਕੁਆਇਰਮੈਂਟ ਪੂਰੀ ਨਹੀਂ ਕਰੇਗਾ, ਉਹ ਬੰਦਾ ਫੇਲ ਹੋਏਗਾ। ਗੱਲ ਕੇਵਲ ਸਕੂਲ ਦੀ ਪੜ੍ਹਾਈ ਦੀ ਨਹੀਂ ਹੈ, ਗੱਲ ਟੋਟਲ ਜ਼ਿੰਦਗੀ ਦੀ ਹੈ।
चाहे मानसिक है, चाहे आर्थिक है, शारीरिक है, बौद्धिक है, आत्मिक है, परिवारक है, व्यवहारक है, राजनीतिक है, धार्मिक है, आर्थिक है, समाजिक है, कोई भी काम ਉਹਦੇ ਵਾਸਤੇ ਰਿਕੁਆਇਰਮੈਂਟਸ ਨੇ। ਜੇ ਉਸ ਰਿਕੁਆਇਰਮੈਂਟ ਨੂੰ ਪੂਰੀ ਕਰੋਗੇ ਤਾਂ ਉਹ ਕੰਮ ਹੋਏਗਾ। ਤਾਂ ਗੁਰੂ ਜੀ ਕਹਿੰਦੇ ਨੇ ਜੋ ਇਨਸਾਨ ਰੱਬੀ ਹੁਕਮ ਦੇ ਅੰਦਰ ਜ਼ਿੰਦਗੀ ਜੀਂਦਾ ਹੈ ਉਹ ਜੀਵਨ ਦੇ ਅੰਦਰ ਕਾਮਯਾਬ ਹੋ ਜਾਂਦਾ ਹੈ। ਉਹਦੀਆਂ ਆਸ਼ਾਵਾਂ ਬੇਕਾਰ ਵਿਅਰਥ ਨਹੀਂ ਜਾਂਦੀਆਂ, ਉਹਦੀਆਂ ਉਹ ਆਸ਼ਾਵਾਂ ਪੂਰੀਆਂ ਹੁੰਦੀਆਂ ਨੇ, ਉਹ ਆਪਣੇ ਕਾਰਜ ਰਾਸ ਕਰ ਲੈਂਦਾ ਹੈ। ਸੇਵਕ ਕੋ ਸੇਵਾ ਬਨ ਆਈ। ਬਨ ਆਈ ਦਾ ਮਤਲਬ ਸ਼ੋਭਦੀ ਹੈ, ਫੱਬਦੀ ਹੈ। ਅਸੀਂ ਕਹਿੰਦੇ ਵੀ ਫਲਾਣੇ ਨੂੰ ਤੇ ਸੂਟ ਬੜਾ ਫੱਬਦਾ ਹੈ, ਤੈਨੂੰ ਯਾਰ ਇਹ ਕੰਮ ਹੀ ਫੱਬਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜੋ ਰੱਬ ਦਾ ਸੇਵਕ ਹੈ ਨਾ, ਸੇਵਕ ਨੂੰ ਇਹ ਚੀਜ਼ ਫੱਬਦੀ ਹੈ ਕਿ ਉਹ ਸੇਵਾ ਕਰੇ। ਸੇਵਕ ਕੋ ਸੇਵਾ ਬਣਾਈ, ਸੇਵਕ ਨੂੰ ਸੇਵਾ ਫੱਬਦੀ ਹੈ, ਸ਼ੋਭਦੀ ਹੈ। ਯਾਨੀ ਜੋ ਰੱਬ ਦਾ ਸੇਵਕ ਹੈ ਉਹ ਰੱਬੀ ਹੁਕਮ ਦੇ ਅੰਦਰ ਚੱਲਦਾ ਹੈ ਤੇ ਉਹ ਸ਼ੋਭਾ ਪਾਉਂਦਾ ਹੈ। ਉਹਨੂੰ ਹੁਕਮ ਰਜ਼ਾਈ ਚੱਲਣਾ ਉਹਨੂੰ ਸ਼ੋਭਦਾ ਹੈ, ਉਹਨੂੰ ਸ਼ੋਭਾ ਮਿਲਦੀ ਹੈ। ਸੇਵਕ ਨੂੰ ਸੇਵਾ ਕਰਨੀ ਹੀ ਬਣ ਆਉਂਦੀ ਹੈ, ਇਹ ਹੀ ਸ਼ੋਭਦੀ ਹੈ। ਸੇਵਕ ਨੂੰ ਇਹ ਨਹੀਂ ਸ਼ੋਭਦਾ ਕਿ ਹੁਕਮ ਰਜ਼ਾ ਦੇ ਵਿੱਚ ਚੱਲਣ ਵਾਲੇ ਬੰਦੇ ਨੂੰ ਇਹ ਨਹੀਂ ਸ਼ੋਭਦਾ ਕਿ ਉਹ ਬਾਬੇ ਕੋਲ ਬੈਠਾ ਹੋਵੇ, ਬਾਬਾ ਜੀ ਸਾਡੇ ਘਰਾਂ ਜਾਣਾ ਨਹੀਂ ਹੁੰਦਾ, ਉਹਨੂੰ ਇਹ ਨਹੀਂ ਸ਼ੋਭਦਾ। ਸੇਵਕ ਨੂੰ ਇਹ ਨਹੀਂ ਸ਼ੋਭਦਾ ਕਿ ਮੈਂ ਵੀਰਵਾਰ ਵਾਲੇ ਦਿਨ ਕਿਸੇ ਪੀਰ ਦੇ ਉੱਤੇ ਮਿੱਠੇ ਚੌਲ ਚੜਾਵਾਂ ਤੇ ਫਿਰ ਸਾਡਾ ਮੁਕੱਦਮਾ ਜਿੱਤ ਜਾਏ, ਉਹਨੂੰ ਬਿਲਕੁਲ ਇਹ ਚੀਜ਼ਾਂ ਸ਼ੋਭਦੀਆਂ ਨਹੀਂ। ਉਹ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੋਰ ਪਾਸੇ ਮੱਥੇ ਨਹੀਂ ਟੇਕੇਗਾ। ਜਿਹੜਾ ਸੇਵਕ ਹੈ ਨਾ ਉਹਨੂੰ ਸੇਵਾ ਸ਼ੋਭਦੀ ਹੈ, ਉਹਨੂੰ ਵਰਤ ਨਰਾਤੇ ਸਰਾਧ ਮਾਲਾ ਫੇਰਨੀਆਂ ਜਪ ਤਪ ਸੰਜਮ ਸਮਾਧੀਆਂ ਸਮੂਧੀਆਂ ਲਾਣੀਆਂ ਬਾਬਿਆਂ ਨੂੰ ਪੂਜਣਾ ਇਹ ਨਹੀਂ ਸ਼ੋਭਦਾ। ਸੇਵਕ ਕੋ ਸੇਵਾ ਬਣਾਈ, ਜਿਹੜਾ ਰੱਬ ਦਾ ਸੇਵਕ ਹੈ ਉਹਨੂੰ ਸੇਵਾ ਹੀ ਸ਼ੋਭਦੀ ਹੈ। ਹੁਕਮ ਬੂਝ ਪਰਮ ਪਦ ਪਾਈ। ਪਰਮ ਪਦਵੀ ਦਾ ਮਤਲਬ ਸਭ ਤੋਂ ਉੱਚਾ ਦਰਜਾ। ਇਹ ਸਭ ਤੋਂ ਉੱਚਾ ਦਰਜਾ ਕਿਹੜਾ ਹੈ? ਅਬ ਤੋ ਜਾਏ ਚੜ੍ਹੇ ਸਿੰਘਾਸਨ ਮਿਲੇ ਹੈ ਸਾਰਿੰਗ ਪਾਣੀ ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੇ ਪਛਾਣ। ਉਹ ਦਰਜਾ ਪਾ ਲੈਂਦਾ ਕਿ ਉਹ ਰੱਬ ਵਰਗਾ ਹੀ ਹੋ ਜਾਂਦਾ ਹੈ। ਜਿਵੇਂ ਇੱਕ ਬੂੰਦ ਸਾਗਰ ਵਿੱਚ ਮਿਲ ਕੇ ਸਾਗਰ ਦਾ ਰੂਪ ਹੋ ਜਾਂਦੀ ਹੈ ਨਾ, ਐਵੇਂ ਰੱਬ ਦਾ ਜੋ ਸੇਵਕ ਹੈ ਹੁਕਮ ਨੂੰ ਬੁੱਝ ਕੇ, ਹੁਕਮ ਨੂੰ ਸਮਝ ਕੇ, ਹੁਕਮ ਅਨੁਸਾਰ ਜ਼ਿੰਦਗੀ ਜਿੰਦਾ ਹੋਇਆ ਦੁਨੀਆ ਦੀ ਸਭ ਤੋਂ ਉੱਚੀ ਪਦਵੀ ਪਾ ਲੈਂਦਾ ਹੈ, ਵਿਕਾਰਾਂ ਤੋਂ ਨਿਰਲੇਪ ਹੋ ਜਾਂਦਾ ਹੈ, ਰੱਬ ਦੇ ਅੰਦਰ ਸਮਾ ਕੇ ਰੱਬ ਦਾ ਰੂਪ ਹੋ ਜਾਂਦਾ ਹੈ। ਤਾਂ ਫਿਰ ਸ਼ੋਭਾ ਕਿਹੜੀ ਹੈ? ਸੇਵਕ ਨੂੰ ਸੇਵਾ ਕਰਨੀ, ਹੁਕਮ ਦੇ ਵਿੱਚ ਤੁਰਨਾ। ਔਰ ਜਿਹੜਾ ਰੱਬੀ ਹੁਕਮ ਦੇ ਅੰਦਰ ਤੁਰੇਗਾ ਉਹ ਉੱਚੀ ਪਦਵੀ ਪਾ ਲਵੇਗਾ। ਜੇ ਹੁਣ ਇਸ ਗੱਲ ਨੂੰ ਬਿਲਕੁਲ ਸੌਖਿਆਂ ਕਰਕੇ ਅਸਾਂ ਸਮਝਣਾ ਹੋਵੇ ਤਾਂ ਅਸੀਂ ਐਵੇਂ ਸਮਝ ਸਕਦੇ ਹਾਂ ਕਿ ਜੋ ਵੇ ਆਫ ਲਾਈਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦੇ ਰਹੇ ਹਨ, ਇਸ ਵੇ ਆਫ ਲਾਈਫ ਨੂੰ ਅਪਣਾ ਕੇ ਰੱਬ ਦੇ ਅੰਦਰ ਸਮਾ ਕੇ ਰੱਬ ਵਰਗੇ ਹੋਇਆ ਜਾ ਸਕਦਾ ਹੈ। ਕੋਈ ਵੀ ਸਫਲਤਾ ਹਾਸਲ ਕਰਨੀ ਹੈ ਤਾਂ ਸਿਸਟਮ ਨੂੰ ਫੋਲੋ ਕਰਨਾ ਪਵੇਗਾ। ਕਿਸੇ ਵੀ ਸਫਲਤਾ ਨੂੰ ਹਾਸਲ ਕਰਨ ਵਾਸਤੇ ਉਸ ਸਫਲਤਾ ਵਾਸਤੇ ਜੋ ਰਿਕੁਆਇਰਮੈਂਟਸ ਨੇ ਉਹ ਪੂਰੀਆਂ ਕਰਨੀਆਂ ਪੈਣਗੀਆਂ ਤੇ ਰੱਬ ਦਾ ਸੇਵਕ ਉਹਨੂੰ ਪੂਰੀਆਂ ਕਰਦਾ ਹੈ, ਉੱਚੀ ਪਦਵੀ ਪਾ ਲੈਂਦਾ ਹੈ। ਦੇਖੋ ਕਿੰਨਾ ਸੌਖਾ ਕੰਮ। ਅਗਲਾ ਬਚਨ ਕਰਦੇ ਨੇ, ਇਸ ਤੇ ਉੱਪਰ ਨਹੀਂ ਵਿਚਾਰ। ਇਹਦੇ ਤੋਂ ਉੱਤੇ ਉਹਨਾਂ ਵਾਸਤੇ ਹੋਰ ਕੋਈ ਵਿਚਾਰ ਨਹੀਂ ਹੈ ਕਿ ਇਸ ਤੋਂ ਵੱਡਾ ਵਿਚਾਰ ਵੀ ਕੋਈ ਹੋਵੇ। ਹੁਣ ਜੇ ਅਸੀਂ ਚਾਹੀਏ ਕਿ ਰੱਬ ਨੂੰ ਮਿਲਣ ਦਾ ਕੋਈ ਹੋਰ ਵਿਚਾਰ ਵੀ ਹੈ, ਸਮਾਧੀ ਲਾਇਆ ਮਿਲ ਸਕਦਾ ਹੈ, ਤਾਂ ਗੁਰੂ ਜੀ ਕਹਿੰਦੇ ਨੇ ਇਸ ਤੇ ਉੱਪਰ ਨਹੀਂ ਵਿਚਾਰ। ਹੁਕਮ ਰਜ਼ਾ ਵਿੱਚ ਤੁਰਨ ਤੋਂ ਉੱਤੇ ਕੋਈ ਵਿਚਾਰ ਨਹੀਂ ਹੈ। ਵਰਤ ਰੱਖਣ ਨਾਲ ਰੱਬ ਮਿਲ ਸਕਦਾ ਹੈ, ਸਰਾਧ ਕਰਨ ਦੇ ਨਾਲ ਰੱਬ ਮਿਲ ਸਕਦਾ ਹੈ ਜਾਂ ਮੁਕਤੀ ਹੋ ਸਕਦੀ ਹੈ। ਸਰਾਧ ਕੀਤਿਆਂ ਸਾਡੇ ਬਜ਼ੁਰਗ ਰੱਜ ਸਕਦੇ ਨੇ। ਗੁਰੂ ਜੀ ਕਹਿੰਦੇ ਨੇ ਇਹਨਾਂ ਤੋਂ ਉੱਤੇ ਕੋਈ ਵਿਚਾਰ ਹੈ ਹੀ ਨਹੀਂ। ਹੁਕਮ ਤੋਂ ਉੱਤੇ ਕਿਹੜਾ ਵਿਚਾਰ ਕਰੋਗੇ ਕਿ ਰੱਬ ਨੂੰ ਤੁਸੀਂ ਆ ਜਲੇਬੀਆਂ ਖਵਾ ਕੇ ਖੁਸ਼ ਕਰ ਲੋਗੇ? ਹੈ ਹੀ ਨਹੀਂ ਇਹ ਵਿਚਾਰ। ਇਸ ਦੇ ਉੱਪਰ ਨਹੀਂ ਵਿਚਾਰ। ਹੁਕਮ ਤੋਂ ਉੱਤੇ ਹੈ ਹੀ ਨਹੀਂ। ਹੁਕਮ ਬੂਝ ਪਰਮ ਪਦ ਪਾਈ। ਹੁਕਮ ਨੂੰ ਸਮਝ ਕੇ ਪਰਮ ਪਦਵੀ ਪੈ ਸਕਦੀ ਹੈ। ਦੇਖੋ ਜੇ ਸਾਡਾ ਹੁਣ ਵਿਸ਼ਵਾਸ ਬਣ ਜਾਏ ਇਸ ਚੀਜ਼ ਤੇ ਤਾਂ ਫਿਰ ਸੌਖਾ ਕੰਮ ਹੈ ਕਿ ਅਸੀਂ ਰੱਬੀ ਹੁਕਮ ਵਿੱਚ ਤੁਰਾਂਗੇ। ਫਿਰ ਕਿਉਂ ਅਸੀਂ ਆ ਜਿੰਨੇ ਵੀ ਆ ਧਰਮ ਦੇ ਨਾਮ ਦੇ ਉੱਤੇ ਕਰਮ ਕਾਂਡ ਕੀਤੇ ਜਾਂਦੇ ਨੇ ਉਹਨਾਂ ਵੱਲ ਕਿਉਂ ਜਾਵਾਂਗੇ? ਕਿਉਂਕਿ ਇਹ ਵਿਚਾਰ ਹੈ ਹੀ ਨਹੀਂ ਉਹਨਾਂ ਦੇ ਬਰਾਬਰ। ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ।
ਜਿਸ ਦੇ ਮਨ ਦੇ ਵਿੱਚ ਅਕਾਲ ਪੁਰਖ ਆਪ ਆਵਸੇ, ਰੱਬ ਦਾ ਹੁਕਮ ਆਵਸੇ, ਰੱਬ ਦੇ ਗੁਣ ਆ ਜਾਣ, ਇਸ ਤੋਂ ਉੱਤੇ ਕੋਈ ਵਿਚਾਰ ਹੈ ਹੀ ਨਹੀਂ ਹੈ ਕਿ ਦਸਮ ਦੁਆਰ ਵਿੱਚ ਪ੍ਰਾਣ ਚੜਾਇਆ ਰੱਬ ਮਿਲ ਜਾਏਗਾ। ਇਹ ਤਾਂ ਵਿਚਾਰ ਹੈ ਹੀ ਨਹੀਂ, ਬੋਗਸ ਵਿਚਾਰ ਹੈ। ਗੁਰੂ ਜੀ ਕਹਿੰਦੇ ਨੇ ਨਾ, ਮਨ ਨਿਰਮਲ ਨਹੀਂ ਦਸਵੇਂ ਦੁਆਰ, ਭਰਮ ਭਰਮ ਆਵੇ ਮੂੜਾ ਵਾਰੋ ਵਾਰ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੋੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬਾਂਧੇ, ਪਿਆਰੇ ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੇ ਦੁਆਰੇ, ਦੀਜੇ ਬੁੱਧ ਵਿਵੇਕਾ। ਇਹ ਕੰਮ ਹੈ ਹੀ ਨਹੀਂ ਹੁਕਮ ਦੇ ਬਰਾਬਰ ਕੋਈ। ਦੇਸ਼ ਛੋੜ ਪਰਦੇਸੈਂ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ, ਕਾਨ ਫਰਾਏ ਹਿਰਾਏ ਟੂਕਾ, ਘਰ ਘਰ ਮੰਗੈ ਤ੍ਰਿਪਤਾਵਨ ਤੇ ਚੂਕਾ, ਬਨਤਾ ਛੋੜ ਬਦ ਨਦਰ ਪਰ ਨਾਰੀ, ਵੇਸ਼ ਨਾ ਪਾਈਐ ਮਹਾਂ ਦੁਖਿਆਰੀ, ਬੋਲੇ ਨਾਹੀ ਹੋਏ ਬੈਠਾ ਮੋਨੀ, ਅੰਤਰ ਕਲਪ ਪੁਆਈਐ ਜੋਨੀ, ਅੰਨ ਤੇ ਰਹਤਾ ਦੁਖ ਦੇਹੀ ਸਹਿਤਾ, ਹੁਕਮ ਨਾ ਬੂਝੇ ਵਿਆਪਿਆ ਮਮਤਾ। ਹੁਕਮ ਨੂੰ ਨਹੀਂ ਬੁੱਝਦਾ, ਬਾਕੀ ਸਾਰੇ ਦੁੱਖ ਸਹੇੜਦਾ ਫਿਰਦਾ। ਤਾਂ ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ। ਜਿਨ੍ਹਾਂ ਦੇ ਮਨ ਵਿੱਚ ਨਿਰੰਕਾਰ ਵਸ ਗਿਆ, ਜਿਨ੍ਹਾਂ ਨੇ ਰੱਬੀ ਹੁਕਮ ਨੂੰ ਫੋਲੋ ਕੀਤਾ, ਉਹਨਾਂ ਨੂੰ ਮਿਲਿਆ ਕਿ ਬੰਧਨ ਤੋੜ ਭੈ ਨਿਰਵੈਰ। ਉਹ ਮਾਇਆ ਦੇ ਬੰਧਨ ਤੋੜ ਕੇ ਨਿਰਵੈਰ ਹੋ ਜਾਂਦੇ ਨੇ। ਇਹ ਉਹਨਾਂ ਦੇ ਜੀਵਨ ਦੀ ਨਿਸ਼ਾਨੀ ਹੈ ਕਿ ਉਹ ਮਾਇਆ ਦੇ ਬੰਧਨ ਤੋੜ ਕੇ ਨਿਰਵੈਰ ਹੋ ਗਏ। ਤੇ ਮਾਇਆ ਬਾਰੇ ਅਸੀਂ ਹੁਣ ਖੁੱਲੀ ਵਿਚਾਰ ਕਰ ਚੁੱਕੇ ਹਾਂ, ਮੇਰੇ ਖਿਆਲ 'ਚ ਹੁਣ ਦੁਬਾਰਾ ਰਿਪੀਟ ਕਰਨ ਦੀ ਲੋੜ ਨਹੀਂ। ਪਰ ਫਿਰ ਵੀ ਇਹ ਚੀਜ਼ਾਂ ਨੂੰ ਪੱਕਿਆਂ ਕਰਨ ਲਈ, ਮਾਇਆ ਕੀ ਹੈ? ਸਾਡੀ ਇੱਕ ਮੈਂਟੈਲਿਟੀ। ਮਾਇਆ ਦਾ ਮਤਲਬ ਜਿਹੜੇ ਵਿਕਾਰ ਨੇ, ਜਾਤੀਵਾਦ ਹੈ, ਮੇਰ ਤੇਰ ਹੈ, ਜਿੰਨੀਆਂ ਵੀ ਆ ਪਾਪ ਵਿਕਾਰ ਨੇ, ਔਰ ਸਾਡਾ ਸੈਲਫਿਸ਼ਨੈਸ ਹੈ, ਜਾਂ ਇੱਕ ਦੂਜੇ ਨਾਲ ਮੇਰ ਤੇਰ ਦੇ ਵਿਤਕਰੇ ਨੇ, ਇਹ ਸਾਰੇ ਬੰਧਨਾਂ ਨੂੰ ਤੋੜ ਕੇ ਉਹ ਨਿਰਵੈਰ ਹੋ ਜਾਂਦਾ। ਉਹਦਾ ਕਿਸੇ ਦੇ ਨਾਲ ਕੋਈ ਵੈਰ ਨਹੀਂ ਰਹਿੰਦਾ। ਦੇਖੋ ਕਿੰਨਾ ਮਹਾਨ ਸੰਦੇਸ਼ ਹੈ ਗੁਰੂ ਜੀ ਦਾ, ਔਰ ਇਹ ਇਕੱਲੇ ਸਾਡੇ ਵਾਸਤੇ ਨਹੀਂ, ਪੂਰੀ ਦੁਨੀਆ ਲਈ ਹੈ। ਜੇ ਸਿਸਟਮ ਨੂੰ ਫੋਲੋ ਕੀਤਾ ਜਾਏ ਨਾ, ਰੱਬੀ ਗੁਣਾਂ ਦੇ ਧਾਰਨੀ ਹੋ ਜਾਣ ਸਾਰੇ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਪਾਰਸੀ, ਤਾਂ ਦੁਨੀਆ ਚੋਂ ਵੈਰ ਮੁੱਕ ਜਾਏਗਾ। ਪਹਿਨਾਵਾ ਜਿਹੜਾ ਮਰਜ਼ੀ ਪਾਈ ਫਿਰੋ, ਪੈਂਟ ਸ਼ਰਟ ਪਾ ਲਓ, ਕਮੀਜ਼ ਪਜਾਮਾ ਪਾ ਲਓ, ਇਹਦੇ ਨਾਲ ਕੀ ਫਰਕ ਪੈਂਦਾ ਹੈ? ਗੱਲ ਤਾਂ ਮੈਂਟੈਲਿਟੀ ਦੀ ਹੈ, ਗੱਲ ਤਾਂ ਬੋਲਣ ਦੀ, ਗੱਲ ਤਾਂ ਵਿਹਾਰ ਦੀ ਹੈ। ਨਿਰਵੈਰ ਹੋ ਜਾਣਗੇ ਨਾ ਲੋਕ। ਲੇਕਿਨ ਕਿਉਂਕਿ ਹੁਕਮ ਨੂੰ ਨਹੀਂ ਮੰਨਿਆ, ਰੱਬੀ ਗੁਣਾਂ ਨੂੰ ਨਹੀਂ ਮੰਨਿਆ, ਇਸ ਲਈ ਧਾਰਮਿਕ ਅਖਵਾਨ ਵਾਲੇ ਲੋਕ ਵੀ ਇੱਕ ਦੂਜੇ ਦੇ ਵੈਰੀ ਬਣੇ ਫਿਰਦੇ ਨੇ। ਅਨਦਿਨ ਪੂਜੈ ਗੁਰ ਕੇ ਪੈਰ, ਪੌਣ ਬੰਧਨਾਂ ਨੂੰ ਤੋੜ ਕੇ ਨਿਰਵੈਰ ਹੁੰਦੇ ਨੇ। ਅਨਦਿਨ ਪੂਜੈ ਗੁਰ ਕੇ ਪੈਰ, ਜੋ ਦਿਨ ਰਾਤ ਗੁਰੂ ਦੇ ਚਰਨ ਪੂਜਦੇ ਨੇ। ਤੇ ਚਰਨ ਦਾ ਮਤਲਬ ਗੁਰੂ ਦਾ ਸ਼ਬਦ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦੇ ਨੇ। ਅਨਦਿਨ ਪੂਜੈ ਗੁਰ ਕੇ ਪੈਰ ਦਾ ਭਾਵ ਅਰਥ ਹੋਏਗਾ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦੇ ਨੇ, ਉਹ ਨਿਰਵੈਰ ਹੋ ਜਾਂਦੇ ਨੇ। ਤੇ ਜੇ ਸਾਡੇ ਅੰਦਰ ਵੈਰ ਭਾਵ ਹੈ, ਈਰਖਾ ਦਵੇਸ਼ ਹੈ, ਬੇਸ਼ੱਕ ਉਹ ਘਰਾਂ ਵਿੱਚ ਹੈ, ਸਮਾਜ ਵਿੱਚ ਹੈ, ਜਾਂ ਗੁਰਦੁਆਰਿਆਂ ਵਿੱਚ ਹੈ, ਜਾਂ ਮੰਦਰਾਂ ਮਸੀਤਾਂ ਵਿੱਚ ਹੈ, ਤੇ ਇਹਦਾ ਮਤਲਬ ਅਸੀਂ ਗੁਰੂ ਦੇ ਰਾਹ ਤੇ ਨਹੀਂ ਨਾ ਤੁਰੇ, ਸੱਚ ਨੂੰ ਨਹੀਂ ਅਪਣਾਇਆ। ਦੇਖੋ ਕਿੰਨਾ ਪਿਆਰ ਮੁਹੱਬਤ ਹੋ ਸਕਦਾ ਹੈ ਜੇ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਿਸੇ ਇੱਕ ਲਾਈਨ ਤੇ ਵੀ ਅਮਲ ਕਰ ਲਓ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਇਹਦਾ ਮਤਲਬ ਉਹ ਮਨੁੱਖ। ਲੋਕ ਪਰਲੋਕ ਦਾ ਮਤਲਬ ਹੁੰਦਾ ਹੈ ਹਰ ਥਾਂ ਤੇ। ਇਹ ਲੋਕ ਦਾ ਮਤਲਬ ਇੱਥੇ, ਪਰਲੋਕ ਦਾ ਮਤਲਬ ਉੱਥੇ, ਇੱਥੇ ਉੱਥੇ। ਲੋਕ ਪਰਲੋਕ ਦਾ ਮਤਲਬ ਹਰ ਥਾਂ ਤੇ। ਸੁਹੇਲੇ ਦਾ ਮਤਲਬ ਸੁਖੀ। ਇਹੋ ਜਿਹੇ ਜਿਹੜੇ ਲੋਕ ਨੇ ਉਹ ਹਰ ਥਾਂ ਤੇ ਸੁਖੀ ਨੇ। ਇੰਡੀਆ ਨੇ ਤੇ ਉੱਥੇ ਸੁਖੀ ਨੇ, ਪਾਕਿਸਤਾਨ ਨੇ ਉੱਥੇ ਸੁਖੀ ਨੇ, ਅਮਰੀਕਾ ਨੇ ਤਾਂ, ਇੰਗਲੈਂਡ ਨੇ ਤਾਂ, ਕੈਨੇਡਾ ਨੇ ਤਾਂ, ਜਿੱਥੇ ਵੀ ਰਹਿਣਗੇ ਉਹ ਸੁਖੀ ਰਹਿਣਗੇ। ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦੇ ਨੇ, ਜਿਨ੍ਹਾਂ ਨੇ ਵੈਰ ਭਾਵ ਖਤਮ ਕਰ ਦਿੱਤਾ ਹੈ, ਜੋ ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀਂਦੇ ਨੇ, ਉਹ ਜਿੱਥੇ ਵੀ ਜਾਣਗੇ ਉੱਥੇ ਹੀ ਸੁਖੀ ਨੇ। ਜਗ੍ਹਾ ਬਦਲਣ ਨਾਲ ਕੁਝ ਨਹੀਂ ਹੁੰਦਾ, ਕਿਉਂਕਿ ਸੋਚ ਨਾ ਚੰਗੀ ਮਹਾਨ। ਇਸ ਲਈ ਜੇ ਅਸੀਂ ਸੁਖੀ ਰਹਿਣਾ ਚਾਹੁੰਦੇ ਹਾਂ ਤਾਂ ਸਿੰਪਲ ਗੱਲ ਹੈ, ਸਾਨੂੰ ਰੱਬੀ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ। ਨਾਨਕ ਇੱਥੇ ਰੁਕਣਾ ਹੈ। ਹਰ ਪ੍ਰਭ ਆਪਹਿ ਮੇਲੇ, ਹੇ ਨਾਨਕ ਐਸੇ ਲੋਕਾਂ ਨੂੰ ਰੱਬ ਆਪ ਆਪਣੇ ਨਾਲ ਮਿਲਾ ਲੈਂਦਾ ਹੈ। ਸਾਨੂੰ ਰੱਬ ਨਾਲ ਮਿਲਣ ਦਾ ਯਤਨ ਕਰਨ ਦੀ ਲੋੜ ਨਹੀਂ ਹੈ, ਸਾਨੂੰ ਰੱਬ ਦੇ ਹੁਕਮ ਵਿੱਚ ਤੁਰਨ ਦੀ ਲੋੜ ਹੈ।
ਰੱਬੀ ਗੁਣਾਂ ਦੇ ਧਾਰਨੀ ਹੋਣ ਦੀ ਲੋੜ ਹੈ। ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਵੈਰ ਭਾਵ ਖਤਮ ਕਰਨ ਦੀ ਲੋੜ ਹੈ। ਜਦੋਂ ਅਸੀਂ ਇਹ ਕੰਮ ਕਰ ਲਾਂਗੇ, ਰੱਬ ਆਪ ਸਾਨੂੰ ਆਪਣੇ ਨਾਲ ਮਿਲਾ ਲਵੇਗਾ। ਨਾਨਕ ਹਰ ਪ੍ਰਭ ਆਪੇ ਮਿਲੇ, ਐਸੇ ਪੁਰਸ਼ਾਂ ਨੂੰ ਰੱਬ ਆਪ ਆਪਣੇ ਨਾਲ ਮਿਲਾ ਲੈਂਦਾ ਹੈ। ਉਹ ਰੱਬ ਦਾ ਰੂਪ ਹੋ ਜਾਂਦੇ ਨੇ, ਉਹਨਾਂ ਵਿੱਚੋਂ ਰੱਬ ਦੇ ਅੰਦਰ ਕੋਈ ਫਰਕ ਨਹੀਂ ਰਹਿੰਦਾ। ਦੇਖੋ ਕਿੰਨੇ ਸਿੰਪਲ ਤਰੀਕੇ ਨਾਲ, ਕਿੰਨੇ ਸੌਖੇ ਤਰੀਕੇ ਦੇ ਨਾਲ ਗੁਰੂ ਜੀ ਸਾਨੂੰ ਰੱਬ ਵਰਗਾ ਬਣਨ ਦੀ ਪ੍ਰੇਰਨਾ ਦੇ ਰਹੇ ਨੇ, ਰੱਬ ਵਰਗਾ ਬਣਨ ਦਾ ਰਾਸਤਾ ਦੱਸ ਰਹੇ ਨੇ। ਜ਼ਰੂਰਤ ਸਿਰਫ ਇਸ ਗੱਲ ਦੀ ਹੈ ਕਿ ਜੋ ਸਾਡੀਆਂ ਬਣੀਆਂ ਹੋਈਆਂ ਨਾ ਪਹਿਲੀਆਂ ਵਿਚਾਰਧਾਰਾਵਾਂ, ਮਾਨਤਾਵਾਂ, ਉਹਨਾਂ ਮਾਨਤਾਵਾਂ ਨੂੰ ਛੱਡਣ ਦੀ ਲੋੜ ਹੈ ਔਰ ਗੁਰੂ ਦੇ ਦੱਸੇ ਰਾਹ ਨੂੰ ਅਪਣਾਉਣ ਦੀ ਲੋੜ ਹੈ। ਸਾਡੀ ਪ੍ਰੋਬਲਮ ਜੋ ਆਮ ਬੰਦਾ ਹੈ ਨਾ, ਉਹਦੀ ਪ੍ਰੋਬਲਮ ਇਹ ਹੈ ਕਿ ਸਾਡੇ ਬਾਬਾ ਜੀ ਇੰਜ ਕਹਿੰਦੇ ਨੇ, ਸਾਡੇ ਫਲਾਣੇ ਪ੍ਰਚਾਰਕ ਇੰਜ ਕਹਿੰਦੇ ਨੇ, ਉਹ ਇੰਜ ਕਹਿੰਦਾ ਹੈ। ਹੁਣ ਜਦੋਂ ਉਹਨਾਂ ਦੀ ਗੱਲ ਮੰਨੋਗੇ ਤਾਂ ਫਿਰ ਪ੍ਰੋਬਲਮ ਰਹਿ ਗਈ। ਤੇ ਜੇ ਅਸੀਂ ਕਹੀਏ ਕਿ ਸਾਡੇ ਗੁਰੂ ਜੀ ਇੰਜ ਕਹਿੰਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਇੰਜ ਕਹਿੰਦੇ ਨੇ, ਅਸੀਂ ਗੁਰੂ ਦੀ ਗੱਲ ਨੂੰ ਮੰਨਣਾ ਹੈ, ਤਾਂ ਰੱਬ ਦੇ ਅੰਦਰ ਮਿਲ ਜਾਵਾਂਗੇ। ਪ੍ਰੋਬਲਮ ਸਾਡੀ ਇੱਥੇ ਹੈ। ਤਾਂ ਗੁਰੂ ਅਰਜਨ ਪਾਤਸ਼ਾਹ ਜੀ ਕਹਿ ਰਹੇ ਨੇ, ਐਸੇ ਪੁਰਸ਼ਾਂ ਨੂੰ ਰੱਬ ਆਪ ਆਪਣੇ ਨਾਲ ਮਿਲਾ ਲੈਂਦਾ ਹੈ। ਇਸ ਲਈ ਹੁਣ ਸਾਨੂੰ ਸਮਝਾ ਰਹੇ ਨੇ, ਸਾਧ ਸੰਗ ਮਿਲ ਕਰੋ ਆਨੰਦ। ਸਾਧ ਦਾ ਮਤਲਬ ਗੁਰੂ, ਸੰਗ ਦਾ ਮਤਲਬ ਸ਼ਰਨ। ਗੁਰੂ ਦੀ ਸ਼ਰਨ ਵਿੱਚ ਮਿਲ ਕੇ ਆਨੰਦ ਮਾਣੋ, ਕਰੋ ਆਨੰਦ, ਆਨੰਦ ਮਾਣੋ, ਖੁਸ਼ੀਆਂ ਮਾਣੋ। ਤੇ ਆਨੰਦ ਇੱਕ ਉਸ ਅਵਸਥਾ ਦਾ ਨਾਮ ਹੈ ਜਿੱਥੇ ਬੰਦੇ ਦੇ ਅੰਦਰੋਂ ਅਗਿਆਨਤਾ ਮਿਟ ਜਾਂਦੀ ਹੈ, ਸੈਲਫਿਸ਼ਨੈਸ, ਮੋਹ, ਸਵਾਰਥ ਖਤਮ ਹੋ ਜਾਂਦੇ ਨੇ, ਮੇਰ ਤੇਰ ਦੇ ਵਿਤਕਰੇ ਮਿਟ ਜਾਂਦੇ ਨੇ। ਜਿੱਥੇ ਬੰਦਾ ਰੱਬ ਦੇ ਅੰਦਰ ਭੇਦ ਹੋ ਕੇ ਰੱਬ ਦਾ ਰੂਪ ਹੋ ਜਾਂਦਾ ਹੈ, ਉਸ ਅਵਸਥਾ ਦਾ ਨਾਮ ਹੈ ਆਨੰਦ, ਖੁਸ਼ੀਆਂ। ਗੁਰੂ ਜੀ ਕਹਿੰਦੇ ਨੇ, ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜਾਓ ਤੇ ਆਨੰਦ ਮਾਣੋ। ਦੇਖੋ ਸਿੰਪਲ ਗੱਲ ਹੈ, ਹੁਣ ਜਿਹੜਾ ਆਨੰਦ ਮਾਣਨਾ ਚਾਹੁੰਦਾ ਹੈ, ਖੁਸ਼ੀ ਮਾਣਨਾ ਚਾਹੁੰਦਾ ਹੈ, ਉਹਨੂੰ ਕੀ ਕਰਨ ਦੀ ਲੋੜ ਹੈ? ਸਾਧ ਸੰਗ ਵਿੱਚ ਮਿਲਣ ਦੀ ਲੋੜ ਹੈ। ਸਾਧ ਸੰਗ ਮਿਲ, ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਮਿਲ ਜਾਓ, ਆਨੰਦ ਮਾਣ ਲਓ। ਤੇ ਮਿਲਣਾ ਜਿਹੜਾ ਹੈ ਹੁਣ ਸਾਡੇ ਤੇ ਡਿਪੈਂਡ ਕਰੇਗਾ। ਇਹ ਗੱਲ ਆਪਾਂ ਕਈ ਵਾਰੀ ਵਿਚਾਰ ਚੁੱਕੇ ਹਾਂ, ਪੱਥਰ ਤੇ ਪਤਾਸੇ ਵਾਲੀ। ਵੀ ਪੱਥਰ ਤੇ ਪਤਾਸਾ ਪਾਣੀ ਦੇ ਟੱਬ ਵਿੱਚ ਪਾਓ, ਪੱਥਰ ਨੂੰ 10 ਸਾਲ ਬਾਅਦ, 20 ਸਾਲ ਬਾਅਦ ਕੱਢ ਕੇ ਕਿਸੇ ਦੇ ਸਿਰ 'ਚ ਮਾਰੋ ਤੇ ਉਹ ਨਰਮ ਥੋੜਾ, ਉਹਨੇ ਸਿਰ ਪਾੜ ਦੇਣਾ। ਤੇ ਪਤਾਸੇ ਨੇ 1 ਮਿੰਟ ਬਾਅਦ ਵੀ ਬਾਹਰ ਨਹੀਂ ਨਿਕਲਣਾ, ਕਿਉਂਕਿ ਪਤਾਸਾ ਮਿਲ ਗਿਆ ਨਾ। ਇਸ ਲਈ ਆਨੰਦ ਉਹ ਮਾਣੇਗਾ ਜਿਹੜਾ ਮਿਲ ਜਾਏਗਾ। ਤੇ ਜੇ ਪੱਥਰ ਦੀ ਤਰ੍ਹਾਂ ਬੈਠੇ ਆ, ਕੋਈ ਅਸਰ ਨਹੀਂ। ਗੁਰਬਾਣੀ ਜਦੋਂ ਤੋਂ ਪੜ੍ਹਨੀ ਅਸੀਂ ਸ਼ੁਰੂ ਕੀਤੀ ਹੈ, ਕਿਸੇ ਵੀ ਵੀਰ ਭੈਣ ਨੇ ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕੀਤਾ ਹੈ, ਕਿ ਉਸ ਤੋਂ ਬਾਅਦ ਕੋਈ ਆਦਤਾਂ ਦੇ ਵਿੱਚ ਚੇਂਜਿੰਗ ਆਈ ਹੈ? ਸੁਭਾਅ ਦੇ ਅੰਦਰ ਸੱਚਾਈ ਆਈ ਹੋਵੇ, ਦਇਆ ਆਈ ਹੋਵੇ, ਲੋਭ ਛੱਡਿਆ ਹੋਵੇ, ਪ੍ਰੇਮ ਆਇਆ ਹੋਵੇ, ਈਰਖਾ ਛੱਡੀ ਹੋਵੇ, ਹੰਕਾਰ ਛੱਡ ਕੇ ਨਿਮਰਤਾ ਆਈ ਹੋਵੇ, ਤਾਂ ਫਿਰ ਤਾਂ ਅਸੀਂ ਮਿਲੇ ਆ। ਕਿਉਂਕਿ ਅਸੀਂ ਮਿਲ ਗਏ ਨਾ, ਆਪਣੇ ਸੁਭਾਅ ਨੂੰ ਛੱਡ ਦਿੱਤਾ ਹੈ, ਗੁਰੂ ਦੀ ਮੱਤ ਅਪਣਾ ਲਈ। ਤੇ ਜੇ ਉਸੇ ਤਰ੍ਹਾਂ ਹੀ ਗੁੱਸਾ ਹੈ, ਉਹਨਾਂ ਹੀ ਲਾਲਚ ਹੈ, ਕੋਈ ਚੇਂਜਿੰਗ ਨਹੀਂ ਆਈ, ਤਾਂ ਇਹਦਾ ਮਤਲਬ ਅਸੀਂ ਸੰਗਤ ਵਿੱਚ ਮਿਲੇ ਨਹੀਂ, ਅਸੀਂ ਪੱਥਰ ਦੀ ਤਰ੍ਹਾਂ ਬੈਠੇ ਹੋਏ ਹਾਂ। ਕਈ ਲੋਕ ਨਾ ਗੁਰਦੁਆਰਿਆਂ ਵਿੱਚ ਬਹਿਣ ਤੋਂ ਲੜ ਪੈਂਦੇ ਨੇ, ਮੇਰੀ ਜਗ੍ਹਾ ਇੱਥੇ ਮੈਂ ਰੋਜ਼ ਬਹਿਣਾ ਵਾਂ। ਬੰਦਾ ਪੁੱਛੇ ਵੀ ਜਿਹਨੇ ਬੈਠਣ ਦੀ ਜਗ੍ਹਾ ਨਹੀਂ ਬਦਲੀ, ਉਹ ਜੀਵਨ ਕਦੋਂ ਬਦਲੇਗਾ? ਤਾਂ ਅਸੀਂ ਸੈਲਫ ਐਨਾਲਿਸਿਸ ਕਰਨਾ ਹੈ ਆਪਣਾ, ਕਿ ਜੋ ਅਸੀਂ ਰੋਜ਼ ਪੜ੍ਹ ਰਹੇ ਹਾਂ, 1 ਸ਼ਬਦ ਪੜ੍ਹਦੇ ਹਾਂ, 2 ਪੜ੍ਹਦੇ ਹਾਂ, 5 ਬਾਣੀਆਂ ਪੜ੍ਹਦੇ ਹਾਂ, ਸੁਖਮਨੀ ਸਾਹਿਬ ਪੜ੍ਹਦੇ ਹਾਂ, ਸਹਿਜ ਪਾਠ ਕਰਦੇ ਹਾਂ, ਜੋ ਵੀ ਜਿੰਨਾ ਕੋਈ ਪੜ੍ਹਦਾ ਹੈ, ਗੁਰਦੁਆਰਾ ਸਾਹਿਬ ਜਾਂਦਾ ਹੈ 1 ਟਾਈਮ 2 ਟਾਈਮ, ਜਿਵੇਂ ਵੀ ਕੋਈ ਜਾ ਰਿਹਾ ਹੈ। ਹੁਣ ਸੈਲਫ ਐਨਾਲਿਸਿਸ ਕਰਨੀ ਕਿ ਸਾਡੇ ਅੰਦਰ ਚੇਂਜਿੰਗ ਕੀ ਆਈ ਹੈ, ਬਦਲਾਵ ਕੀ ਆਇਆ ਹੈ, ਕਿ ਮੱਤ ਛੱਡ ਕੇ ਗੁਰੂ ਦੀ ਮੱਤ ਦੇ ਧਾਰਨੀ ਹੋਏ ਆ। ਜੇ ਹੋਏ ਆ ਤੇ ਆਨੰਦ ਜ਼ਰੂਰ ਬਣੇਗਾ। ਸਾਧ ਸੰਗ ਮਿਲ ਕਰੋ ਆਨੰਦ, ਤੇ ਕੀ ਕਰੋ? ਗੁਣ ਗਾਵੋ ਪ੍ਰਭ ਪਰਮਾਨੰਦ। ਪਰਮਾਨੰਦ ਦਾ ਮਤਲਬ ਸਭ ਤੋਂ ਉੱਚੀ ਖੁਸ਼ੀ, ਪਰਮ ਆਨੰਦ, ਸਭ ਤੋਂ ਉੱਚੀ ਖੁਸ਼ੀ, ਸਭ ਤੋਂ ਮਹਾਨ ਖੁਸ਼ੀ ਦੇਣ ਵਾਲੇ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਕਰੋ। ਗੁਣ ਗਾਵੋ ਪ੍ਰਭ ਪਰਮਾਨੰਦ। ਜੇ ਤੁਸੀਂ ਰੱਬੀ ਗੁਣਾਂ ਨੂੰ ਗਾਓਗੇ ਤੇ ਪਰਮ ਆਨੰਦ ਨੂੰ ਮਾਣ ਲਓਗੇ, ਖੁਸ਼ੀਆਂ ਮਾਣ ਲਓਗੇ। ਹੁਣ ਖੁਸ਼ੀਆਂ ਮਾਣਨ ਦਾ ਸਾਧਨ ਕੀ ਹੈ ਜੀ? ਰੱਬ ਦੇ ਗੁਣਾਂ ਦੇ ਧਾਰਨੀ ਹੋਣਾ।
ਤੇ ਦੁੱਖ ਮਾਨਣ ਦਾ ਸਾਧਨ ਕੀ ਹੈ? ਔਗਣਾਂ ਦੇ ਧਾਰ ਨਹੀਂ ਹੋਣਾ। ਚੁਆਇਸ ਸਾਡੀ ਹੈ। ਜੇ ਤਾਂ ਮੈਂ ਪਰਮ ਆਨੰਦ ਮਾਨਣਾ ਚਾਹਨਾ ਤਾਂ ਉਹਦੇ ਵਾਸਤੇ ਨਿਯਮ ਹੈ, ਰਿਕੁਆਇਰਮੈਂਟ ਹੈ, ਰੱਬੀ ਗੁਣਾਂ ਦੇ ਧਾਰ ਨਹੀਂ ਹੋਣਾ ਮਨ ਬਚਨ ਕਰਮ ਕਰਕੇ। ਤੇ ਜੇ ਮੈਂ ਦੁਖੀ ਹੋਣਾ ਚਾਹਨਾ ਤੇ ਔਗਣ ਤੇ ਮੇਰੇ ਕੋਲ ਹੈ ਹੀ ਨਹੀਂ ਨਾ। ਇਸ ਲਈ ਗੁਰੂ ਜੀ ਕਹਿੰਦੇ ਨੇ, ਜੋ ਪਰਮ ਆਨੰਦ ਮਹਾਨ ਖੁਸ਼ੀਆਂ ਦੀ ਦਾਤ ਦੇਣ ਵਾਲਾ ਮਾਲਕ ਹੈ, ਉਹਦੇ ਗੁਣ ਗਾਓ ਤੇ ਤੁਸੀਂ ਮਹਾਨ ਆਨੰਦ ਨੂੰ ਮਾਣ ਸਕਦੇ ਹੋ। ਰਾਮ ਨਾਮ ਤਤ ਕਰੋ ਵਿਚਾਰ। ਤਤ ਦਾ ਮਤਲਬ ਅਸਲੀਅਤ, ਰਾਮ ਦਾ ਮਤਲਬ ਰਮਿਆ ਹੋਇਆ, ਤੇ ਨਾਮ ਦਾ ਮਤਲਬ ਕੀ ਹੈ ਜੀ? ਹੁਕਮ। ਜੋ ਰਮਿਆ ਹੋਇਆ ਰੱਬ ਹੈ, ਉਹਦੇ ਹੁਕਮ ਨੂੰ ਜਾਣੋ। ਇਹ ਹੈ ਅਸਲੀਅਤ ਦੀ ਵਿਚਾਰ ਕਰਨੀ। ਅਸਲੀਅਤ ਦੀ ਵਿਚਾਰ, ਆਪਣੇ ਵਿਚਾਰ ਮੰਡਲ ਦੇ ਅੰਦਰ ਰੱਬ ਦੇ ਹੁਕਮ ਨੂੰ ਵਸਾਓ, ਰੱਬੀ ਗੁਣਾਂ ਨੂੰ ਵਸਾਓ। ਅਸਲੀਅਤ ਇਹ ਹੈ ਕਿ ਜੇ ਹੁਕਮ ਅਨੁਸਾਰ ਚੱਲਾਂਗੇ, ਗੁਣਾਂ ਦੇ ਧਾਰਨੀ ਹੋਵਾਂਗੇ, ਤਾਂ ਜੀਵਨ ਦੇ ਅੰਦਰ ਖੁਸ਼ੀ ਹੋਏਗੀ। ਅਸਲੀਅਤ ਤਾਂ ਇਹੀ ਹੈ, ਇਹ ਤੱਤ ਦੀ ਗੱਲ ਹੈ। ਹਾਂ, ਗੱਲਾਂ ਜਿਹੜਾ ਮਰਜ਼ੀ ਕਰੀ ਜਾਏ ਜੀ, ਵਰਤ ਰੱਖਣ ਦੇ ਨਾਲ ਵੀ ਸਾਨੂੰ ਮੁਕਤੀ ਮਿਲ ਸਕਦੀ ਹੈ, ਤੀਰਥਾਂ ਤੇ ਨਾਤਿਆਂ ਖੁਸ਼ੀ ਮਿਲ ਜਾਂਦੀ ਹੈ, ਜਲੇਬੀਆਂ ਨੂੰ ਭੋਗ ਲਵਾਇਆ ਰੱਬ ਖੁਸ਼ ਹੋ ਜਾਂਦਾ। ਇਹ ਵਿਚਾਰ ਕੋਈ ਬਣਾਈ ਰੱਖੇ, ਪਰ ਇਹ ਅਸਲੀਅਤ ਨਹੀਂ ਹੈ। ਅਸਲੀਅਤ ਹੈ ਰੱਬ ਦੇ ਹੁਕਮ ਦੀ ਵਿਚਾਰ ਕਰਨੀ, ਹੁਕਮ ਦੇ ਅੰਦਰ ਰਹਿਣਾ। ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਹ ਕਾ ਕਰੋ ਉਧਾਰ। ਦੁਰਲਭ ਮਤਲਬ ਜਿਹੜੀ ਬੜੀ ਔਖੀ ਮਿਲਦੀ ਹੈ, ਮਤਲਬ ਕੀਮਤੀ। ਉਧਾਰ ਦਾ ਮਤਲਬ ਇਹਨੂੰ ਵਿਕਾਰਾਂ ਤੋਂ ਬਚਾਓ। ਤਾਂ ਗੁਰੂ ਜੀ ਕਹਿੰਦੇ ਨੇ, ਜੋ ਇਹ ਬਹੁਤ ਕੀਮਤੀ ਦੇਹੀ ਹੈ ਨਾ, ਸਰੀਰ ਜੀਵਨ ਮਿਲਿਆ ਹੈ, ਇਹਦਾ ਉਧਾਰ ਕਰੋ, ਇਹਨੂੰ ਬਚਾਓ ਵਿਕਾਰਾਂ ਤੋਂ, ਇਹਨੂੰ ਐਵੇਂ ਅਜਾਈ ਨਾ ਗਵਾਓ। ਉਹ ਆਮ ਅਸੀਂ ਕਹਾਵਤ ਸੁਣਨੇ ਆ ਨਾ ਕਿ ਕੋਈ ਪ੍ਰਜਾਪਤ ਵੀਰ ਸੀ ਤੇ ਉਹਨੂੰ ਹੀਰਾ ਲੱਭ ਗਿਆ ਤੇ ਉਹਨੇ ਖੋਤੇ ਦੇ ਗਲ ਵਿੱਚ ਬੰਨ ਦਿੱਤਾ, ਕਿਉਂਕਿ ਹੀਰੇ ਦਾ ਪਤਾ ਨਹੀਂ ਹੈ ਨਾ। ਹੁਣ ਹੀਰੇ ਦੀ ਪਰਖ ਜੋਹਰੀ ਨੂੰ ਹੈ। ਹੁਣ ਮੈਨੂੰ ਹੀਰਾ ਲੱਭ ਜਾਏ ਤੇ ਮੇਰੇ ਵਾਸਤੇ ਤਾਂ ਪੱਥਰ ਹੀ ਪਤਾ ਨਹੀਂ ਨਾ। ਹੁਣ ਇਹ ਕੀਮਤੀ ਜਿਹੜੀ ਦੇਹੀ ਹੈ, ਬੜੀ ਕੀਮਤੀ ਹੈ, ਇਹਦੀ ਕੀਮਤ ਨੂੰ ਪਛਾਣੋ। ਇਹ ਹੀਰਿਆਂ ਵਰਗੀ ਹੈ, ਕੌਡੀਆਂ ਦੇ ਭਾਅ ਨਾ ਰੋਲੋ। ਜੇ ਕੋਈ ਹੀਰੇ ਨੂੰ ਕੌਡੀਆਂ ਦੇ ਭਾਅ ਵੇਚ ਦੇਵੇ ਤੇ ਲੋਕ ਕਹਿਣਗੇ ਨਾ ਕਿੰਨਾ ਮੂਰਖ ਹੈ। ਹੀਰਾ ਜਿਹੜਾ ਕਰੋੜਾਂ ਰੁਪਈਆਂ ਦਾ ਸੀ, 4 ਕੌਡੀਆਂ ਲੈ ਕੇ ਤੇ ਹੀਰਾ ਦੇ ਆਇਆ। ਅਸੀਂ ਕਹਿੰਦੇ ਆ ਨਾ, ਤੇ ਕਬੀਰ ਜੀ ਸਾਨੂੰ ਕਹਿ ਰਹੇ ਨੇ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਹੀਰਿਆਂ ਵਰਗਾ ਕੀਮਤੀ ਸਤ ਸੰਤੋਖ ਦਇਆ ਧਰਮ ਇਹ ਹੀਰੇ ਨੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਕੌਡੀਆਂ ਨੇ। ਇਹਨੂੰ ਵਿਕਾਰਾਂ ਦੇ ਭਾਅ, ਕੌਡੀਆਂ ਦੇ ਕੱਟੇ ਮਿੱਟੀ ਦੇ ਵਿੱਚ ਨਾ ਰੋਲੋ, ਸਗੋਂ ਇਹ ਹੀਰਿਆਂ ਵਰਗਾ ਕੀਮਤੀ ਜਨਮ ਹੈ। ਇਹਦੇ ਅੰਦਰ ਸਤ ਸੰਤੋਖ ਆਦਿਕ ਪੈਦਾ ਕੀਤੇ ਜਾ ਸਕਦੇ ਨੇ। ਜਿਵੇਂ ਆਪਾਂ ਪਹਿਲਾਂ ਵੀ ਵਿਚਾਰ ਕੀਤੀ ਹੈ ਕਿ ਜੇ ਆਪਾਂ ਦੁਨੀਆ ਵਿੱਚ ਆਏ ਤੇ 2 ਕੰਮ ਕਰ ਜਾਓ, 2 ਕੰਮਾਂ ਚੋਂ ਇੱਕ ਜ਼ਰੂਰ ਕਰ ਜਾਓ। ਜਾਂ ਤੇ ਕੁਝ ਐਸਾ ਲਿਖ ਜਾਓ ਕਿ ਆਉਣ ਵਾਲੀਆਂ ਪੀੜ੍ਹੀਆਂ ਪੜ੍ਹਦੀਆਂ ਰਹਿਣ। ਜਿਵੇਂ ਗੁਰੂ ਸਾਹਿਬਾਨ ਭਗਤ ਜਨ ਬਾਣੀ ਲਿਖ ਗਿਆ ਨਾ, ਤੇ ਆਉਣ ਵਾਲੀ ਦੁਨੀਆ ਤੱਕ, ਜਦ ਤੱਕ ਦੁਨੀਆ ਰਹੇਗੀ, ਲੋਕ ਬਾਣੀ ਤੋਂ ਲਾਹਾ ਲੈਂਦੇ ਰਹਿਣਗੇ। ਸਾਇੰਟਿਸਟ ਨੇ ਉਹ ਆਪਣੇ ਤਜਰਬੇ ਲਿਖ ਗਏ ਨਾ, ਆਇਨਸਟਾਈਨ ਹੈ, ਹੋਰ ਵਿਗਿਆਨਿਕ ਨੇ ਕੁਝ ਥਿਊਰੀਆਂ ਦੇ ਗਏ, ਤੇ ਲੋਕ ਉਹਨਾਂ ਤੋਂ ਲਾਭ ਉਠਾਉਂਦੇ ਰਹਿਣਗੇ, ਪੜ੍ਹਦੇ ਰਹਿਣਗੇ। ਜਾਂ ਤੇ ਕੁਝ ਐਸਾ ਲਿਖ ਜਾਓ ਕਿ ਤੁਹਾਡੇ ਜਾਣ ਤੋਂ ਬਾਅਦ ਲੋਕ ਪੜ੍ਹਦੇ ਰਹਿਣ, ਲਾਭ ਲੈਣ। ਤੇ ਜੇ ਲਿਖ ਨਹੀਂ ਸਕਦੇ ਤੇ ਐਸੀ ਜ਼ਿੰਦਗੀ ਜੀ ਜਾਓ, ਕੁਝ ਐਸਾ ਕਰ ਜਾਓ ਕਿ ਤੁਹਾਡੇ ਤੋਂ ਬਾਅਦ ਲੋਕ ਲਿਖਦੇ ਰਹਿਣ ਔਰ ਲੋਕ ਸਿੱਖਿਆ ਲੈਂਦੇ ਰਹਿਣ। ਗੁਰੂ ਸਾਹਿਬਾਨ ਜੀਵਨ ਜੀ ਗਏ ਨਾ, ਭਗਤ ਜਨ ਜਾਂ ਜੇ ਬਾਕੀ ਦੇ ਸ਼ਹੀਦ ਜਨ, ਉਹਨਾਂ ਵਾਸਤੇ ਜਦੋਂ ਤੱਕ ਦੁਨੀਆ ਰਹੇਗੀ ਲਿਖਿਆ ਜਾਂਦਾ ਰਹੇਗਾ ਔਰ ਉਹਨਾਂ ਤੋਂ ਲੋਕ ਸੇਧ ਲੈਂਦੇ ਰਹਿਣਗੇ। ਇਸ ਲਈ ਇੱਕ ਕੰਮ ਜ਼ਰੂਰ ਕਰ ਜਾਓ, ਜਾਂ ਕੁਝ ਐਸਾ ਲਿਖ ਜਾਓ ਕਿ ਲੋਕ ਪੜ੍ਹਦੇ ਰਹਿਣ, ਜਾਂ ਕੁਝ ਐਸਾ ਕਰ ਜਾਓ ਕਿ ਲੋਕ ਲਿਖਦੇ ਰਹਿਣ। ਤੇ ਜੇ ਇਹਨਾਂ ਦੋਵਾਂ ਕੰਮਾਂ ਚੋਂ ਕੁਝ ਵੀ ਨਾ ਕੀਤਾ, ਫਿਰ ਪ੍ਰੋਬਲਮ ਕ੍ਰੀਏਟ ਹੋ ਗਈ ਨਾ। ਇਹਨੂੰ ਕਹਿੰਦੇ ਨੇ ਦੁਰਲਭ ਦੇਹ ਕਾ ਕਰੋ ਉਧਾਰ। ਜਿਹੜੀ ਇਹ ਬੜੀ ਕੀਮਤੀ ਜੀਵਨ ਹੈ ਨਾ, ਇਹਨੂੰ ਘੱਟੇ ਮਿੱਟੀ ਨਾ ਰੋਲੋ,
ਇਹਦਾ ਉਧਾਰ ਕਰੋ, ਇਹਨੂੰ ਬਚਾਓ ਵਿਕਾਰਾਂ ਤੋਂ, ਲੋਭ ਮੋਹ ਹੰਕਾਰ ਤੋਂ ਬਚਾਓ, ਇਹਦੇ ਨਾਲ ਚੰਗੇ ਕਰਮ ਕਰੋ। ਤੇ ਬਚਾਉਣ ਵਾਸਤੇ ਕੀ ਕਰੋ? ਅੰਮ੍ਰਿਤ ਬਚਨ ਹਰ ਕੇ ਗੁਣ ਗਾਓ। ਜੋ ਆਤਮਿਕ ਜੀਵਨ ਦੇਣ ਵਾਲੇ ਪ੍ਰਭੂ ਪਰਮਾਤਮਾ ਦੇ ਗੁਣ ਨੇ ਨਾ, ਉਹਨਾਂ ਗੁਣਾਂ ਨੂੰ ਗਾਓ। ਜਿਹੜੇ ਆਤਮਿਕ ਜੀਵਨ ਦੇਣ ਵਾਲੇ ਪ੍ਰਭੂ ਦੇ ਗੁਣ ਨੇ, ਉਹਨਾਂ ਗੁਣਾਂ ਨੂੰ ਗਾਓ, ਉਹਨਾਂ ਗੁਣਾਂ ਦੇ ਨਾਲ ਜੁੜੋ ਜੋ ਤੁਹਾਨੂੰ ਆਤਮਿਕ ਜੀਵਨ ਦੇਣ। ਹੁਣ ਇਸ ਦੁਰਲੱਭ ਦੇਹ ਦਾ ਉਧਾਰ ਕਰਨ ਵਾਸਤੇ ਸਾਨੂੰ ਸਾਧਨ ਦੱਸ ਰਹੇ ਨੇ। ਉਹ ਕੀ ਕਰਨਾ ਹੈ ਕਿ ਅੰਮ੍ਰਿਤ ਬਚਨ, ਜਿਹੜੇ ਆਤਮਿਕ ਜੀਵਨ ਦੇਣ ਵਾਲੇ ਬਚਨ ਨੇ ਨਾ, ਰੱਬ ਦੇ ਉਹਨਾਂ ਗੁਣਾਂ ਨੂੰ ਗਾਓ। ਆਪਣੇ ਕਿਵ ਸਚਿਆਰਾ ਗਰੁੱਪ ਦੇ ਵਿੱਚ ਕਿਸੇ ਵੀਰ ਨੇ ਸਵਾਲ ਵੀ ਪੁੱਛਿਆ ਸੀ ਕਿ ਆਤਮਿਕ ਜੀਵਨ ਜਾਂ ਆਤਮਿਕ ਮੌਤ ਕਿਸ ਨੂੰ ਕਹਿੰਦੇ ਨੇ, ਤੇ ਉਹ ਵੈਸੇ ਮੈਂ ਇੱਥੇ ਬੋਲ ਕੇ ਦੱਸਦਾ ਸੀ, ਫਿਰ ਮੈਂ ਇੱਥੇ ਫਿਰ ਥੋੜਾ ਰਿਪੀਟ ਕਰ ਦਿਆਂ। ਆਤਮਿਕ ਜੀਵਨ ਕਹਿੰਦੇ ਨੇ ਕਿ ਜੋ ਅੰਦਰੋਂ ਬਾਹਰੋਂ ਇੱਕ ਕੇ ਬੰਦੇ ਦੇ ਅੰਦਰ ਜਿਸ ਦੀ ਇਨਸਾਨੀਅਤ ਜਿੰਦਾ ਹੈ, ਜਿਹਦੀ ਜ਼ਮੀਰ ਜਿੰਦਾ ਹੈ, ਜੋ ਮਨ ਬਚਨ ਕਰਮ ਕਰਕੇ ਸੱਚ ਦਾ ਧਾਰ ਨਹੀਂ ਹੈ, ਇਨਸਾਨੀ ਜ਼ਿੰਦਗੀ ਜੀ ਰਿਹਾ ਹੈ, ਉਹਨੂੰ ਕਹਿੰਦੇ ਨੇ ਆਤਮਿਕ ਜੀਵਨ। ਤੇ ਇਨਸਾਨੀਅਤ ਦਾ ਮਰ ਜਾਣਾ, ਜਿਹਨੂੰ ਅਸੀਂ ਜ਼ਮੀਰ ਦਾ ਮਰ ਜਾਣਾ ਕਹਿ ਦਿੰਦੇ ਆ, ਅੰਦਰੋਂ ਹੋਰ ਤੇ ਬਾਹਰੋਂ ਹੋਰ, ਉਹਨੂੰ ਅਸੀਂ ਆਤਮਿਕ ਮੌਤ ਤੇ ਮਰਿਆ ਬੰਦਾ ਕਹਿੰਦੇ ਆ। ਯਾਨੀ ਜਿਸ ਦੇ ਅੰਦਰ ਇਨਸਾਨੀਅਤ ਨਹੀਂ, ਗੈਰ ਇਨਸਾਨੀਅਤ ਕਰਮ ਕਰਦਾ ਹੈ, ਉਹ ਬੰਦਾ ਆਤਮਿਕ ਮੌਤ ਤੇ ਮਰਿਆ ਹੋਇਆ ਹੈ। ਤੇ ਜੋ ਇਨਸਾਨੀਅਤ ਵਾਲੇ ਕਰਮ ਕਰਦਾ ਹੈ, ਉਹ ਬੰਦਾ ਆਤਮਿਕ ਜ਼ਿੰਦਗੀ ਜੀ ਰਿਹਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਆਤਮਿਕ ਜੀਵਨ ਦੇਣ ਵਾਲੇ ਜੋ ਰੱਬੀ ਗੁਣ ਨੇ, ਬਚਨ ਨੇ, ਉਹਨਾਂ ਗੁਣਾਂ ਨੂੰ ਗਾਓ, ਉਹਨਾਂ ਗੁਣਾਂ ਦੇ ਧਾਰਨੀ ਹੋਵੋ ਤੇ ਆਪਣੀ ਐਸ ਮਨੁੱਖਾ ਦੇਹੀ ਦਾ ਉਧਾਰ ਕਰੋ। ਪ੍ਰਾਨ ਤਰਨ ਕਾ ਇਹ ਸੁਆਓ। ਸੁਆਓ ਦਾ ਮਤਲਬ ਹੁੰਦਾ ਹੈ ਵਸੀਲਾ। ਸੁਆਓ ਦਾ ਮਤਲਬ ਸਵਾਰਥ ਵੀ ਹੈ। ਜਨ ਆਮਨ ਕਾ ਇਹ ਸੁਆਓ, ਸੁਆਓ ਦਾ ਮਤਲਬ ਮਨੋਰਥ, ਔਰ ਸੁਆਓ ਦਾ ਮਤਲਬ ਵਸੀਲਾ ਵੀ ਹੁੰਦਾ ਹੈ। ਜ਼ਿੰਦਗੀ ਨੂੰ ਵਿਕਾਰਾਂ ਤੋਂ ਬਚਾਉਣ ਦਾ ਇਹ ਵਸੀਲਾ ਹੈ। ਇੱਥੇ ਸੁਆਓ ਦਾ ਮਤਲਬ ਹੈ ਤਰੀਕਾ, ਵਸੀਲਾ। ਆਪਣੇ ਅੱਖਾਂ ਤੇ ਰੱਖਿਆ ਤੇ ਕੁੱਤੇ ਦੇ ਅੱਖਾਂ ਤੇ ਰੱਖਿਆ। ਪ੍ਰਾਨ ਤਰਨ ਕਾ ਇਹ ਸੁਆਓ। ਪ੍ਰਾਨ ਤਰਨ ਦਾ ਮਤਲਬ ਜ਼ਿੰਦਗੀ ਨੂੰ ਵਿਕਾਰਾਂ ਤੋਂ ਬਚਾਉਣ ਦਾ ਇਹ ਵਸੀਲਾ ਹੈ। ਜੇ ਅਸੀਂ ਦੁੱਖਾਂ ਤੋਂ ਬਚਣਾ ਚਾਹੁੰਦੇ ਹਾਂ, ਵਿਕਾਰਾਂ ਤੋਂ ਬਚਣਾ ਚਾਹੁੰਦੇ ਹਾਂ, ਤਾਂ ਉਹਦੇ ਵਾਸਤੇ ਵਸੀਲਾ ਕੀ ਹੈ, ਸਾਧਨ ਕੀ ਹੈ? ਰੱਬੀ ਗੁਣਾਂ ਦੇ ਧਾਰਨੀ ਹੋਣਾ, ਰੱਬ ਦੀ ਰਜ਼ਾ ਦੇ ਵਿੱਚ ਤੁਰਨਾ। ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਨ ਤਰਨ ਕਾ ਇਹ ਸੁਆਓ। ਜ਼ਿੰਦਗੀ ਨੂੰ ਬਚਾਉਣ ਦਾ ਵਿਕਾਰਾਂ ਤੋਂ, ਦੁੱਖਾਂ ਤੋਂ, ਇਹ ਇੱਕ ਤਰੀਕਾ ਹੈ ਜਿਹਨੂੰ ਅਸੀਂ ਭਗਤੀ ਕਹਿੰਦੇ ਆ, ਜਿਹਨੂੰ ਅਸੀਂ ਬੰਦਗੀ ਵੀ ਕਹਿੰਦੇ ਆ, ਜਿਹਨੂੰ ਸਿਮਰਨ ਵੀ ਕਿਹਾ ਜਾਂਦਾ ਹੈ। ਯਾਨੀ ਰੱਬੀ ਗੁਣ ਗਾਣਾ ਹੀ ਗੁਣਾਂ ਦੇ ਧਾਰਨੀ ਹੋਣਾ, ਰੱਬ ਦੇ ਹੁਕਮ ਵਿੱਚ ਤੁਰਨਾ ਹੀ ਰੱਬ ਦੀ ਭਗਤੀ ਹੈ, ਬੰਦਗੀ ਹੈ, ਸਿਮਰਨ ਹੈ। ਇਹ ਇੱਕ ਤਰੀਕਾ ਹੈ। ਆਠ ਪਹਿਰ ਪ੍ਰਭ ਪੇਖੋ ਨੇਰਾ। ਅੱਠੇ ਪਹਿਰ ਰੱਬ ਨੂੰ ਨਜ਼ਦੀਕ ਸਮਝੋ। ਹੁਣ ਅਸੀਂ ਆਮ ਬੰਦਾ ਕੀ ਸਮਝ ਰਿਹਾ ਕਿ ਰੱਬ ਤੇ ਜੀ ਉੱਤੇ ਸਵਰਗ ਵਿੱਚ ਬੈਠਾ ਹੈ, ਰੱਬ ਜੰਨਤ ਵਿੱਚ ਬੈਠਾ ਹੈ, ਰੱਬ ਕਿਤੇ ਬੈਕੁੰਠ ਧਾਮ ਵਿੱਚ ਬੈਠਾ ਹੈ। ਤੇ ਜਿਵੇਂ ਸਾਡੇ ਬਾਬੇ ਕਹਿੰਦੇ ਨੇ ਰੱਬ ਉੱਤੇ ਸੱਚਖੰਡ ਵਿੱਚ ਬੈਠਾ ਹੈ, ਤਾਂ ਸੱਚਖੰਡ ਵਿੱਚ ਬੈਠਾ ਹੈ ਤਾਂ ਉਹ ਤੇ ਫਿਰ ਬੜੀ ਦੂਰ ਬੈਠਾ ਹੈ। ਸਵਰਗ ਪਤਾ ਨਹੀਂ ਕਿੱਥੇ, ਹੁਣ ਪਤਾ ਹੀ ਨਹੀਂ ਨਾ। ਬਾਣੀ ਵਿੱਚ ਇੱਕ ਸਵਾਲ ਆਇਆ, ਨਾ ਜਾਣਾ ਬੈਕੁੰਠ ਕਹਾਂ ਹੀ, ਜਾਨ ਜਾਨ ਸਭ ਕਹੇ ਤਾਂ ਹੀ। ਸਾਰੇ ਕਹਿੰਦੇ ਨੇ ਵੀ ਅਸੀਂ ਸਵਰਗ ਚ ਜਾਣਾ ਮਰਨ ਤੋਂ ਬਾਅਦ, ਤੇ ਪਤਾ ਹੈ ਨਹੀਂ ਵੀ ਸਵਰਗ ਹੈ ਕਿੱਥੇ। ਨਾ ਜਾਣਾ ਬੈਕੁੰਠ ਕਹਾਂ ਹੀ, ਇਹ ਪਤਾ ਹੀ ਨਹੀਂ ਵੀ ਸਵਰਗ ਹੈ ਕਿੱਥੇ, ਤਾਂ ਕਿੱਥੇ ਜਾਓਗੇ? ਕੋਈ ਬੇਬੇ ਬੱਸ ਦੇ ਵਿੱਚ ਚੜੀ ਤੇ ਕੰਡਕਟਰ ਨੇ ਆਖਿਆ ਮੈਂ ਟਿਕਟ, ਤੇ ਉਹਨੇ ਬੇਬੇ ਨੇ ਦਿੱਤੇ ਪੈਸੇ, ਤੇ ਕੰਡਕਟਰ ਕਹਿਣ ਲੱਗਾ ਮਾਤਾ ਕਿੱਥੇ ਜਾਣਾ ਹੈ? ਕਹਿਣ ਲੱਗੀ ਜਿੱਥੇ ਮੇਰੀ ਕੁੜੀ ਵਿਆਹੀ ਹੈ, ਆਪਣੀ ਕੁੜੀ ਦੇ ਸਹੁਰੇ ਜਾਣਾ। ਉਹ ਕਹਿੰਦਾ ਪਿੰਡ? ਕਹਿੰਦੀ ਪਿੰਡ ਦਾ ਨਹੀਂ ਮੈਨੂੰ ਪਤਾ, ਮੈਂ ਉੱਥੇ ਜਾਣਾ ਜਿੱਥੇ ਮੇਰੀ ਬੇਟੀ ਵਿਆਹੀ ਹੈ। ਹੁਣ ਕੰਡਕਟਰ ਨੂੰ ਕੀ ਪਤਾ ਵੀ ਬੇਟੀ ਕਿੱਥੇ ਵਿਆਹੀ ਹੈ, ਕਿਵੇਂ ਪਹੁੰਚੇਗੀ ਉਹ? ਅਸੀਂ ਕਹਿ ਰਹੇ ਹਾਂ ਸਵਰਗ ਵਿੱਚ ਜਾਣਾ ਹੈ, ਤੇ ਜੇ ਪੁੱਛੇ ਵੀ ਸਵਰਗ ਹੈ ਕਿੱਥੇ, ਪੁਜਾਰੀ ਕਹਿ ਰਿਹਾ ਕਿ ਮਰਨ ਤੋਂ ਬਾਅਦ ਤੁਹਾਨੂੰ ਸਵਰਗ ਮਿਲੇਗਾ, ਉਹ ਤੋਂ ਪੁੱਛ ਵੀ ਹੈ ਕਿੱਥੇ ਸਵਰਗ? ਉਹ ਕਹਿੰਦਾ ਪਤਾ ਨਹੀਂ, ਤੇ ਫਿਰ ਕਿੱਥੇ ਜਾਏਗਾ? ਲੁੱਟ ਹੀ ਹੈ ਨਾ। ਤਾਂ ਗੁਰੂ ਜੀ ਕਹਿੰਦੇ ਨੇ ਆਠ ਪਹਿਰ ਪ੍ਰਭ ਪੇਖੋ ਨੇਰਾ। ਅੱਠੇ ਪਹਿਰ ਰੱਬ ਨੂੰ ਨੇੜੇ ਵੇਖੋ, ਨੇੜੇ ਜਾਣੋ, ਨੇੜੇ ਸਮਝੋ, ਕਿਉਂਕਿ ਇਹ ਹੈ ਹੀ ਨੇੜੇ, ਦੂਰ ਨਹੀਂ ਹੈ। ਕਹੋ ਰਵਿਦਾਸ ਹਾਥ ਪੈ ਨੇੜੇ, ਸਹਿਜੇ ਹੋਏ ਹੋਈ ਹੱਥ ਦੇ ਨਾਲੋਂ ਵੀ ਸਾਡੇ ਨਜ਼ਦੀਕ ਹੈ।
ਜਲ ਥਲ ਦੇ ਅੰਦਰ ਸਮਾਇਆ ਹੋਇਆ ਹੈ, ਉਹਨੂੰ ਅੰਗ ਸੰਗ ਸਮਝੋ, ਨੇੜੇ ਸਮਝੋ। ਔਰ ਅੰਗ ਸੰਗ ਬਾਰੇ ਆਪਾਂ ਪਿੱਛੇ ਖੁੱਲੀ ਵਿਚਾਰ ਕਰ ਚੁੱਕੇ ਹਾਂ। ਜਦੋਂ ਅਸੀਂ ਰੱਬ ਨੂੰ ਆਪਣੇ ਨਜ਼ਦੀਕ ਸਮਝਾਂਗੇ ਨਾ, ਮੇਰੇ ਨਾਲ ਹੈ ਰੱਬ, ਤਾਂ ਫਿਰ ਸਾਡੀ ਸੋਚ, ਸਾਡੇ ਕਰਮ, ਸਾਡੇ ਬੋਲ, ਸਾਡੇ ਵਿਹਾਰ ਬਦਲਣਗੇ। ਆਠ ਪਹਿਰ ਪ੍ਰਭ ਵੇਖੋ ਨੇਰਾ, ਕੀ ਹੋਏਗਾ ਫਿਰ? ਮਿਟੈ ਅਗਿਆਨ ਬਿਨਸੈ ਅੰਧੇਰਾ। ਇਸ ਤਰ੍ਹਾਂ ਅਗਿਆਨਤਾ ਮਿਟ ਜਾਏਗੀ, ਹਨੇਰਾ ਖਤਮ ਹੋ ਜਾਏਗਾ। ਜਿਹੜਾ ਮਾਇਆ ਵਾਲਾ ਹਨੇਰਾ ਹੈ ਨਾ, ਉਹ ਨਾਸ ਹੋ ਜਾਏਗਾ, ਵਿਕਾਰਾਂ ਵਾਲਾ। ਅਗਿਆਨਤਾ ਮਿਟੇਗੀ ਤੇ ਜੋ ਪਾਪਾਂ ਔਰ ਵਿਕਾਰਾਂ ਦਾ ਘੁੱਪ ਹਨੇਰਾ ਸਾਡੀ ਜ਼ਿੰਦਗੀ ਵਿੱਚ ਹੋਇਆ ਪਿਆ ਹੈ, ਕਰਮ ਕਾਂਡਾਂ ਦਾ, ਉਹ ਸਭ ਮਿਟ ਜਾਏਗਾ। ਜਦੋਂ ਗਿਆਨ ਹੋ ਗਿਆ ਨਾ, ਕਿ ਅਸਲੀਅਤ ਦਾ ਗਿਆਨ ਹੋ ਗਿਆ ਕਿ ਅਸਲੀਅਤ ਇਹ ਹੈ, ਤੇ ਫਿਰ ਜਿਹੜੇ ਅਸੀਂ ਹਨੇਰੇ ਵਾਲੇ ਕਰਮ ਕਰੀ ਜਾ ਰਹੇ ਹਾਂ ਨਾ, ਵਰਤਨ ਰਾਤੇ ਸਰਾਧ ਤੇ ਜਿੰਨੇ ਵੀ ਅਸੀਂ ਰੋਜ਼ ਗਿਣਦੇ ਆ, ਫਿਰ ਇਹ ਹਨੇਰਾ ਵੀ ਖਤਮ ਹੋ ਜਾਏਗਾ। ਫਿਰ ਇਹਨਾਂ ਦੀ ਲੋੜ ਨਹੀਂ ਪੈਣੀ। ਫਿਰ ਸਾਨੂੰ ਪਤਾ ਲੱਗ ਜਾਏਗਾ ਕਿ ਰੱਬ ਜਿਹੜਾ ਨਾ ਰੋਟੀ ਨਹੀਂ ਖਾਂਦਾ, ਉਹ ਜਲੇਬੀਆਂ ਨਹੀਂ ਖਾਂਦਾ, ਉਹ ਨਿਰਾਹਾਰ, ਨਿਰਵੈਰ, ਸੁਖਦਾਈ, ਉਹ ਨਿਰਾਹਾਰ ਹੈ, ਕੁਝ ਖਾਂਦਾ ਨਹੀਂ, ਉਹਦੀ ਇਹ ਖੁਰਾਕ ਨਹੀਂ ਹੈ। ਗੋਬਿੰਦ ਭਾਉ ਭਗਤ ਦਾ ਭੁੱਖਾ, ਉਹਦੀ ਖੁਰਾਕ ਇਹ ਯਾਨੀ ਪ੍ਰੇਮਾ ਭਗਤੀ ਨਾਲ ਉਹਨੂੰ ਪ੍ਰਸੰਨ ਕੀਤਾ ਜਾ ਸਕਦਾ ਹੈ। ਫਿਰ ਸਾਡੇ ਜਿੰਨੇ ਵੀ ਆ ਕਰਮ ਕਾਂਡ ਨੇ, ਇਹ ਸਾਰੇ ਨਰਕ ਸੁਰਗ ਵਾਲੇ, ਦੂਜੇ ਤੀਜੇ, ਇਹ ਸਾਰਾ ਹਨੇਰਾ ਸਾਡਾ ਮਿਟ ਜਾਏਗਾ ਜਦੋਂ ਰੱਬ ਨੂੰ ਨਜ਼ਦੀਕ ਸਮਝਾਂਗੇ, ਜਦੋਂ ਰੱਬੀ ਗੁਣਾਂ ਨੂੰ ਗਾਵਾਂਗੇ, ਜਦੋਂ ਰੱਬੀ ਹੁਕਮ ਦੇ ਅੰਦਰ ਤੁਰਾਂਗੇ। ਲੜੀ ਨੂੰ ਨਾਲ ਨਾਲ ਅਸੀਂ ਸਮਝਦੇ ਜਾਣਾ ਹੈ। ਸੁਣ ਉਪਦੇਸ਼ ਹਿਰਦੇ ਵਸਾਵੋ। ਸਤਿਗੁਰੂ ਦਾ ਉਪਦੇਸ਼ ਸੁਣ ਕੇ ਉਹਨੂੰ ਹਿਰਦੇ ਵਿੱਚ ਵਸਾਓ। ਹਿਰਦੇ ਦਾ ਮਤਲਬ ਸਾਡੀ ਸੋਚ, ਦਿਮਾਗ, ਮਨ, ਬੁੱਧ, ਜੋ ਵੀ ਸ਼ਬਦ ਤੁਸੀਂ ਜਿਵੇਂ ਵੀ ਕੋਈ ਸਮਝ ਸਕਦਾ ਹੈ। ਹਿਰਦੇ ਦਾ ਮਤਲਬ ਸੋਚ। ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਉਹਨੂੰ ਆਪਣੀ ਸੋਚ ਦੇ ਵਿੱਚ ਵਸਾਓ, ਉਹਨੂੰ ਆਪਣੇ ਅੰਦਰ ਵਸਾਓ, ਉਹ ਤੁਹਾਡੇ ਸਬਕੌਂਸ਼ੀਅਸ ਮਾਈਂਡ ਦਾ ਹਿੱਸਾ ਬਣ ਜਾਏ। ਕੱਲ ਆਪਾਂ ਕੀ ਕਰਨਾ ਹੈ, ਇਹ ਕਮਰਾ ਦੇ ਦਿੰਨੇ ਆ, ਵਾਕਿੰਗ ਲਾਉਂਗੀ ਤਾਲਾ। ਸੁਣ ਉਪਦੇਸ਼ ਹਿਰਦੇ ਵਸਾਵੋ। ਉਪਦੇਸ਼ ਨੂੰ ਸੁਣ ਕੇ ਹਿਰਦੇ ਵਿੱਚ ਵਸਾਓ, ਇਹਦੇ ਅਮਲ ਕਰੋ, ਤੇ ਕੀ ਹੋਏਗਾ ਫਿਰ? ਮਨ ਇੱਛੇ ਨਾਨਕ ਫਲ ਪਾਵੋ, ਕਿ ਫਿਰ ਤੁਹਾਡੀਆਂ ਮਨ ਮੰਗੀਆਂ ਮੁਰਾਦਾਂ ਪੂਰੀਆਂ ਹੋ ਜਾਣਗੀਆਂ। ਕਦੋਂ? ਜਦੋਂ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਹਿਰਦੇ ਵਿੱਚ ਵਸਾ ਲਵੋਗੇ। ਮੈਂ ਵੀ, ਤੁਸੀਂ ਵੀ, ਹੋਰ ਵੀ ਲੋਕ ਜੋ ਅਸੀਂ ਗੁਰਬਾਣੀ ਨੂੰ ਸੁਣ ਰਹੇ ਹਾਂ ਨਾ, ਗੁਰੂ ਦੇ ਗਿਆਨ ਨੂੰ, ਇਹਨੂੰ ਆਪਣੇ ਹਿਰਦੇ ਵਿੱਚ ਵਸਾ ਲਵੀਏ, ਇਹਦੇ ਤੇ ਅਮਲ ਕਰ ਲਵੀਏ, ਫਿਰ ਮਨ ਦੀਆਂ ਮੁਰਾਦਾਂ ਪੂਰੀਆਂ ਹੋ ਜਾਣਗੀਆਂ। ਯਾਨੀ ਸਾਨੂੰ ਫਿਰ ਸਰੀਰਕ, ਮਾਨਸਿਕ, ਬੌਧਿਕ, ਆਤਮਿਕ ਸੁੱਖ ਮਿਲ ਜਾਏਗਾ। ਫਿਰ ਸਾਡੇ ਘਰ ਪਰਿਵਾਰ, ਸਾਡਾ ਇਹ ਸੰਸਾਰ ਸਵਰਗ ਹੋ ਜਾਏਗਾ, ਬੇਗਮ ਪੂਰਾ ਹੋ ਜਾਏਗਾ। ਫਿਰ ਅਸੀਂ ਰੱਬ ਦੇ ਅੰਦਰ ਅਭੇਦ ਹੋ ਜਾਵਾਂਗੇ। ਫਿਰ ਸਾਨੂੰ ਸਭ ਤੋਂ ਉੱਚੀ ਪਦਵੀ ਮਿਲ ਜਾਏਗੀ, ਫਿਰ ਸਾਨੂੰ ਪਰਮ ਆਨੰਦ ਮਿਲ ਜਾਏਗਾ, ਫਿਰ ਅਸੀਂ ਜੋ ਚਾਹੁੰਦੇ ਹਾਂ ਉਹ ਸਾਨੂੰ ਮਿਲ ਜਾਏਗਾ। ਕਦੋਂ? ਜਦੋਂ ਉਪਦੇਸ਼ ਨੂੰ ਸੁਣ ਕੇ ਹਿਰਦੇ ਵਿੱਚ ਵਸਾ ਲਵਾਂਗੇ। ਤੇ ਜੇ ਅਸੀਂ ਇਹ ਹੀ ਕਹਿੰਦੇ ਰਹੇ ਵੀ ਜੇ ਅਗਲਾ ਨਾ ਮੰਨੇ, ਫਿਰ ਇਹ ਤਾਂ ਉਪਦੇਸ਼ ਸੁਣ ਕੇ ਜਾਣਾ ਤੇ ਬੜਾ ਔਖਾ ਹੈ, ਇਹ ਤਾਂ ਹੋ ਨਹੀਂ ਸਕਦਾ। ਤੇ ਜੇ ਨਹੀਂ ਹੋ ਸਕਦਾ, ਫਿਰ ਮਨ ਦੀਆਂ ਮੁਰਾਦਾਂ ਵੀ ਪੂਰੀਆਂ ਨਹੀਂ ਹੋ ਸਕਦੀਆਂ, ਫਿਰ ਸੁੱਖ ਵੀ ਨਹੀਂ ਮਿਲ ਸਕਦਾ। ਕਿਉਂਕਿ ਅਮਲ ਕਰਨ ਦੀ ਜ਼ਿੰਦਗੀ ਹੈ ਨਾ, ਪ੍ਰੈਕਟੀਕਲ ਤੇ ਕਰਨਾ ਪਵੇਗਾ। ਸਿੰਪਲ ਗੱਲ ਹੈ। ਹੁਣ ਇੰਗਲੈਂਡ ਦੇ ਵਿੱਚ ਜੇ ਅਸੀਂ ਡਰਾਈਵਿੰਗ ਸਿੱਖਣੀ ਹੈ, ਪਾਸ ਕਰਨੀ ਹੈ, ਤਾਂ ਸਾਨੂੰ ਥਿਊਰੀ ਤੇ ਪੜ੍ਹਨੀ ਪਵੇਗੀ। ਪਹਿਲਾਂ ਥਿਊਰੀ ਟੈਸਟ ਪਾਸ ਕਰਨਾ ਪੈਣਾ ਹੈ, ਨਿਯਮ ਹੈ ਨਾ। ਪ੍ਰੋਵੀਜ਼ਨਲ ਤੁਸੀਂ ਲਾਇਸੈਂਸ ਬਣਵਾ ਲਓ, ਲੇਕਿਨ ਉਹਦੇ ਨਾਲ ਤੁਸੀਂ ਕੁਝ ਨਹੀਂ ਕਰ ਸਕਦੇ। ਥਿਊਰੀ ਤਾਂ ਪੜ੍ਹਨੀ ਪਵੇਗੀ, ਥਿਊਰੀ ਟੈਸਟ ਪਾਸ ਕਰਨਾ ਪਵੇਗਾ ਨਾ। ਤੇ ਜੇ ਥਿਊਰੀ ਟੈਸਟ ਪਾਸ ਕਰਕੇ ਮੈਂ ਕਹਾਂ ਕਿ ਹੁਣ ਮੈਂ ਡਰਾਈਵਰ ਬਣ ਗਿਆ, ਮੈਂ ਡਰਾਈਵਿੰਗ ਕਰ ਸਕਣਾ ਕਿਉਂਕਿ ਮੈਂ ਥਿਊਰੀ ਟੈਸਟ ਪਾਸ ਕਰ ਲਿਆ, ਤਾਂ ਮੈਂ ਡਰਾਈਵਰ ਥੋੜੀ ਬਣ ਗਿਆ, ਮੈਨੂੰ ਲਾਇਸੈਂਸ ਥੋੜੀ ਮਿਲੇਗਾ। ਮੈਨੂੰ ਪ੍ਰੈਕਟੀਕਲ ਕਰਨਾ ਪਵੇਗਾ ਨਾ। ਪ੍ਰੈਕਟੀਕਲ ਕਰਾਂਗਾ ਤਾਂ ਹੀ ਮੈਨੂੰ ਡਰਾਈਵਿੰਗ ਦਾ ਲਾਇਸੈਂਸ ਮਿਲੇਗਾ ਨਾ। ਤੇ ਜੇ ਮੈਂ ਸੁਣੀ ਜਾਵਾਂ ਡਰਾਈਵਿੰਗ ਬਾਰੇ ਵੀ ਪਹਿਲੋਂ ਵੀ ਥਿਊਰੀ ਟੈਸਟ ਪਾਸ ਕਰਨਾ ਹੁੰਦਾ ਹੈ, ਉਸ ਤੋਂ ਬਾਅਦ ਪ੍ਰੈਕਟੀਕਲ ਕਰਨਾ ਪੈਂਦਾ ਹੈ, ਫਿਰ ਡਰਾਈਵਿੰਗ ਲਾਇਸੈਂਸ ਮਿਲ ਜਾਂਦਾ ਹੈ। ਜੇ ਮੈਂ ਚੀਜ਼ਾਂ ਸੁਣੀ ਜਾਵਾਂ, ਰਿਪੀਟ ਕਰੀ ਜਾਵਾਂ, ਤੇ ਨਾ ਮੈਂ ਥਿਊਰੀ ਪੜ੍ਹਾਂ, ਨਾ ਮੈਂ ਪ੍ਰੈਕਟੀਕਲ ਕਰਾਂ, ਤਾਂ ਮੈਂ ਡਰਾਈਵਿੰਗ ਥੋੜੀ ਮੈਨੂੰ ਲਾਇਸੈਂਸ ਮਿਲ ਜਾਣਾ ਹੈ। ਐਵੇਂ ਗੁਰੂ ਦੀਆਂ ਗੱਲਾਂ ਅਸੀਂ ਰੋਜ਼ ਕਰੀ ਜਾਈਏ, ਸੁਣੀ ਜਾਈਏ, ਕਹੀ ਜਾਈਏ, ਪਰ ਜੇ ਅਮਲ ਨਾ ਕਰੀਏ, ਜੇ ਅਸੀਂ ਪ੍ਰੈਕਟੀਕਲੀ ਨਾ ਕਰੀਏ, ਇੰਪਲੀਮੈਂਟ ਨਾ ਕਰੀਏ, ਤਾਂ ਫਿਰ ਅਸੀਂ ਕੀ ਆਸ ਰੱਖਦੇ ਹਾਂ?
जे कोई बच्चा है कही जाए कि मैं इंजीनियर बनना है, सारा दिन करी जाए पर स्कूले ना जाए ते इंजीनियर थोड़ा बन चले। इसलिए सुन उपदेश हृदय बसावो, फिर की होएगा मन इच्छे नानक फल पावो, फिर तुहानू मन इच्छित फल मिल जाणगे। ते की होएगा हलत पलत दोए लिहो सवार। हलत पलत दा मतलब सारी जिंदगी, जेड़ा हलत दा मतलब जेड़ा समा चल रहा है, पलत दा मतलब आउण वाला जेड़ा समा है, सारी जिंदगी समर जाएगी जे रब्बी गुणां नू गाओगे, रब्बी गुणां दे उत्ते अमल करोगे तां फिर ये जीवन जेड़ा है वो सुधर जाएगा। किवें सुधरेगा? राम नाम अंतर उरतार, रब दे हुक्म नू अपने अंदर धारण कर लो। उरदा मतलब हिरदा, मैंटेलिटी, मानसिकता, सोच। रब्बी हुक्म नू, जेड़ा रमया होया रब है, ओदे हुक्म नू, ओदे गुणां नू अपने हिरदे विच वसा लो तां तुहाडा ये दुर्लभ जन्म उधर जाएगा। पूरे गुर की पूरी दीख्या, दीख्या दा मतलब सिक्ख्या। जो पूरा गुरु है ना, ओदी शिक्षा भी पूरी है, यानी गुरु दे अंदर कोई अधूरापन नहीं है। गुरु पूरा है ते पूरे गुरु दी सिक्ख्या भी पूरी है, मुकम्मल है, ओदे विच कोई ऊणताई नहीं है। जे किते ऊणताई है ਤਾਂ ਸਾਡੇ ਵਿੱਚ ਹੋ ਸਕਦੀ ਹੈ। ਜਿਵੇਂ ਹੁਣ ਸਾਡੀ ਨਾ ਰੋਜ਼ ਕੋਈ ਨਾ ਕੋਈ ਛੋਟੀ ਮੋਟੀ ਕਰਾਮਾਤ ਵਾਲਾ ਚੱਕਰ ਸਾਡਾ ਚੱਲਦਾ ਰਹਿੰਦਾ ਮਾੜਾ ਮੋਟਾ, ਆਮ ਦੁਨੀਆ ਵਿੱਚ ਤੇ ਚੱਲ ਹੀ ਰਿਹਾ ਹੈ। ਤਾਂ ਹੁਣ ਪ੍ਰੋਬਲਮ ਕੀ ਹੈ? ਪ੍ਰੋਬਲਮ ਇਹ ਹੈ ਕਿ ਜੋ ਕਰਾਮਾਤੀ ਗੱਲਾਂ ਲਿਖਣ ਵਾਲੇ ਨੇ, ਅਸੀਂ ਉਹਨਾਂ ਨੂੰ ਸੱਚ ਮੰਨ ਲਿਆ ਕਿ ਉਹਨਾਂ ਨੇ ਲਿਖ ਦਿੱਤੀ ਹੈ, ਗੁਰੂ ਦੀ ਗੱਲ ਨਹੀਂ ਮੰਨ ਰਹੇ। ਗੁਰੂ ਦੀ ਗੱਲ ਪੂਰੀ ਹੈ, ਗੁਰੂ ਪੂਰਾ ਹੈ, ਗੁਰੂ ਦੀ ਸਿੱਖਿਆ ਵੀ ਪੂਰੀ ਹੈ, ਗੁਰੂ ਦੀ ਸਿੱਖਿਆ ਵਿੱਚ ਕੋਈ ਊਣਤਾਈ ਨਹੀਂ ਹੈ। ਇਸ ਲਈ ਜੇ ਕੋਈ ਕਰਾਮਾਤੀ ਵਾਲੀ ਗੱਲ ਲਿਖ ਰਿਹਾ ਹੈ ਤਾਂ ਉਹ ਲਿਖਣ ਵਾਲੇ ਦੇ ਅੰਦਰ ਊਣਤਾਈ ਹੋ ਸਕਦੀ ਹੈ, ਗੁਰਬਾਣੀ ਵਿੱਚ ਊਣਤਾਈ ਥੋੜੀ ਹੈ, ਗੁਰਬਾਣੀ ਪੂਰੀ ਹੈ। ਇਸ ਲਈ ਅਸੀਂ ਜੋ ਸਾਖੀਆਂ ਨੇ ਜਾਂ ਜੋ ਸਾਡਾ ਕਹਾਣੀਆਂ ਨੇ, ਉਹਨਾਂ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖਣਾ ਹੈ। ਗੁਰੂ ਜੋ ਕਹਿ ਰਿਹਾ ਹੈ ਉਹ ਬਿਲਕੁਲ ਯੂਨੀਵਰਸਲ ਟਰੁਥ ਹੈ। ਜਿਹੜੀ ਚੀਜ਼ ਗੁਰੂ ਦੀ ਪਾਵਨ ਬਾਣੀ ਤੇ ਪੂਰੀ ਨਹੀਂ ਉਤਰਦੀ ਉਹ ਗਲਤ ਹੋ ਸਕਦੀ ਹੈ, क्योंकि पूरा गुरु है, भुल्लनहार नहीं है। भुल्लन अंदर सब को अपुल गुरु करतार, पूरे गुर की पूरी दीख्या। जिस मन बसै तिस साच परीख्या। परीख्या दा मतलब परख, समझ। जिस मनुख दे मन विच ये सिक्ख्या आवस्ती है ना, ਉਹ ਬੰਦਾ ਜਾਂਚ ਪੜਤਾਲ ਕਰ ਲੈਂਦਾ ਹੈ, ਉਹਨੇ ਸੱਚ ਨੂੰ ਪਰਖ ਲਿਆ ਹੁੰਦਾ ਹੈ, ਉਹਦੇ अंदर हिरदे दे अंदर प्रभु आवस्था है। परीक्षा का मतलब परख लिया, जिदे हिरदे विच वस गई, उन्हें सच नूं जान लिया, परख लिया। जिवें गुरु अर्जन देव जी का पावन शब्द आपां सांझा कीता है ना, गुरु अर्जन देव जी कहंदे ने कि मैं सुनदा हुंदा सी कि गुरु एवें दा है, जैसा सतगुरु सुनीदा तैसो ही मैं डीठ। अज गुरु जी कहंदे ने मैं परख लिया है, उवें दा ही है, मैं अमल करके वेख लिया है। ਤਾਂ ਜਿਹਦੇ ਮਨ ਦੇ ਅੰਦਰ ਗੁਰੂ ਦੀ ਸਿੱਖਿਆ ਵਸ ਜਾਂਦੀ ਹੈ, ਜੋ ਇਹਦੇ ਤੇ ਅਮਲ ਕਰ ਲੈਂਦਾ ਹੈ, ਉਹਨੂੰ ਪਰਖ ਲੈਂਦਾ ਹੈ, ਉਹਨੂੰ ਸੱਚ ਦੀ ਸਮਝ ਆ ਜਾਂਦੀ ਹੈ। ਇਸ ਲਈ ਮਨ ਤਨ ਨਾਮ ਜਪੋ ਲਿਵ ਲਾਏ। ਜਪੋ ਦਾ ਮਤਲਬ ਜਾਣੋ, ਨਾਮ ਦਾ ਮਤਲਬ ਹੁਕਮ। ਮਨ ਔਰ ਤਨ ਕਰਕੇ ਲਗਨ ਦੇ ਨਾਲ ਹੁਕਮ ਨੂੰ ਸਮਝੋ, ਹੁਕਮ ਦੇ ਅੰਦਰ ਜੀਵੋ। ਮਨ ਕਰਕੇ ਵੀ, ਤਨ ਕਰਕੇ ਵੀ। ਮਨ ਦੇ ਵਿਚਾਰ ਵੀ ਰੱਬੀ ਹੁਕਮ ਦੇ ਵਿੱਚ ਹੋਣ और तन दे कर्म भी रब्बी हुक्म दे अंदर होन, ऐसी लगन अपने अंदर पैदा करो। फिर की होएगा? दुख दर्द मन ते भौ जाए, फिर मन तो सारा डर दूर हो जाएगा, फिर दुख और दर्द भी चले जाएंगे। फिर डर नहीं रहेगा कि कोई बाबा श्राफ ना दे देवे, फिर डर नहीं रहेगा कि जे बाबे दे कोल असीं वीरवार ना मत्था टेकण गए ते बाबा नाराज ना हो जाए। फिर भूतां प्रेतां दे डर नहीं रहणगे, फिर कोई डर रहेगा ही नहीं। दुख दर्द चले जाणगे जदों मन और तन करके रब्बी हुक्म विच अपनी लगन लगा लोगे। इसलिए गुरु जी कहंदे ने सच व्यापार करो व्यापारी, करो ते विश्राम लगावांगे। सच व्यापार करो व्यापारी, हे वणजारे जीव सच्चा वणजगर। सच्चा व्यापार करो, झूठा नहीं। सच्चा व्यापार का मतलब सच्ची जिंदगी जीवो, मन वचन और कर्म करके। दरगाह निभे खेप तुम्हारी,
ਖੇਪ ਦਾ ਮਤਲਬ ਵਸਤੂ, ਸੌਦਾ। ਜਦੋਂ ਤੁਸੀਂ ਸੱਚੀ ਜ਼ਿੰਦਗੀ ਜੀਵੋਗੇ ਤਾਂ ਤੁਹਾਡਾ ਸੌਦਾ ਪ੍ਰਭੂ ਦੀ ਦਰਗਾਹ ਦੇ ਵਿੱਚ ਪਹੁੰਚ ਜਾਏਗਾ, ਮੁੱਲ ਪਏਗਾ ਤੁਹਾਡਾ। ਸਹੀ ਸਲਾਮਤ ਤੁਸੀਂ ਰੱਬੀ ਦਰਗਾਹ ਵਿੱਚ ਪਹੁੰਚ ਜਾਓਗੇ, ਭਾਵ ਰੱਬ ਦੇ ਦਰ ਤੇ ਪ੍ਰਵਾਨ ਹੋ ਜਾਓਗੇ, ਤੁਹਾਡੀ ਜ਼ਿੰਦਗੀ ਦਾ ਮੁੱਲ ਪੈ ਜਾਏਗਾ। ਏਕਾ ਟੇਕ ਰੱਖੋ ਮਨ ਮਾਹੇ, ਇੱਕ ਰੱਬ ਦਾ ਆਸਰਾ ਆਪਣੇ ਮਨ ਵਿੱਚ ਰੱਖੋ, ਰੱਬੀ ਹੁਕਮ ਦਾ ਆਸਰਾ ਲਓ। ਫਿਰ ਕੀ ਹੋਏਗਾ ਨਾਨਕ, ਬਹੁਰ ਨਾ ਆਵੇ ਜਾਹੇ, ਫਿਰ ਆਉਣਾ ਜਾਣਾ ਨਹੀਂ ਹੋਏਗਾ। ਆਉਣਾ ਜਾਣਾ ਦਾ ਮਤਲਬ, ਆਵਾਗਮਨ ਦਾ ਮਤਲਬ ਕੀ ਹੈ ਜੀ? ਬੋਲ ਕੇ ਦੱਸੋ ਅਨਮਿਊਟ ਰਹਿੰਦੇ ਹੋਏ। ਆਵਾਗਮਨ ਦਾ ਮਤਲਬ ਭਟਕਣਾ। ਦੇਖੋ ਜਿਹੜੇ ਉਹ ਤੁਹਾਨੂੰ ਲਿਖਾਏ ਨੇ ਨਾ ਸ਼ਬਦ, ਜਦੋਂ ਉਹਨਾਂ ਨੂੰ ਯਾਦ ਕਰ ਲੋਗੇ ਤੇ ਫਿਰ ਸਾਡੀ ਇੱਕ ਬਹੁਤ ਵੱਡੀ ਸਮੱਸਿਆ ਹੱਲ ਹੋ ਜਾਏਗੀ। ਨਾਨਕ ਬਹੁਰ ਨਾ ਆਵੇ ਜਾਹੇ, ਜਿਹੜਾ ਰੱਬੀ ਹੁਕਮ ਅਨੁਸਾਰ ਜ਼ਿੰਦਗੀ ਜੀਵੇਗਾ ਫਿਰ ਉਹ ਭਟਕਣਾ ਵਿੱਚ ਨਹੀਂ ਪਵੇਗਾ, ਉਹਦੀ ਭਟਕਣਾ ਖਤਮ ਹੋ ਜਾਏਗੀ, ਉਹਨੂੰ ਆਪਣਾ ਮੰਜ਼ਿਲ ਮਿਲ ਜਾਏਗੀ, ਉਹਨੂੰ ਆਪਣਾ ਟਿਕਾਣਾ ਮਿਲ ਜਾਏਗਾ। ਤਾਂ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਅਸੀਂ ਗੁਰਬਾਣੀ ਨੂੰ ਆਪ ਪੜ੍ਹੀਏ, ਗੁਰਬਾਣੀ ਨੂੰ ਆਪ ਸਮਝੀਏ ਔਰ ਗੁਰਬਾਣੀ ਅਨੁਸਾਰ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ।